हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਪੰਜਾਬੀ ਭਾਸ਼ਾ ਦੀ ਜਮਾਤ ਵਿੱਚ। ਆਪਾਂ ਸਾਡੇ ਜਿਹੜੇ ਭਾਸ਼ਾ ਦੇ ਕੌਸ਼ਲ ਆ ਉਹਨਾਂ ਦੇ ਬਾਰੇ ਗੱਲ ਕਰ ਰਹੇ ਸੀ। ਤੇ ਦੇਖੋ ਜੀ ਅਗਲਾ ਆਪਣਾ ਕੌਸ਼ਲ ਜਿਹੜਾ ਦੇਖੋ ਆਪਾਂ ਪੜ੍ਹਨ ਕੌਸ਼ਲ ਦੀ ਗੱਲ ਕਰ ਰਹੇ ਸੀ ਹੈ ਨਾ ਪਿਛਲੀ ਜਮਾਤ ਦੇ ਵਿੱਚ। ਤੇ ਹੁਣ ਆਪਾਂ ਕਰਾਂਗੇ ਜੀ ਸਾਡਾ ਉਚਾਰਨ ਦੀ ਸਿੱਖਿਆ। ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਕਿ ਸੁਣਨ ਕੌਸ਼ਲ ਤੋਂ ਬਾਅਦ ਪੜ੍ਹਨ ਕੌਸ਼ਲ ਆਉਂਦਾ ਹੈ ਤੇ ਪੜ੍ਹਨਾ ਵੀ ਕਿਵੇਂ ਹੈ। ਉਚਾਰਨ ਉਹਦੇ ਵਿੱਚ ਬਹੁਤ ਜ਼ਰੂਰੀ ਹੈ। ਉਚਾਰਨ ਬਹੁਤ ਮਹੱਤਵ ਹੈ। ਉਚਾਰਨ ਵੀ ਅੱਗੇ ਕਿਹੜਾ ਸ਼ੁੱਧ ਉਚਾਰਨ ਜਿਹਨੂੰ ਕਹਿ ਦਿੰਦੇ ਆਪਾਂ। ਸ਼ੁੱਧ ਉਚਾਰਨ ਦਾ ਬੜਾ ਮਹੱਤਵ ਹੈ ਪੰਜਾਬੀ ਭਾਸ਼ਾ ਦੇ ਵਿੱਚ। ਇੱਕ ਵਾਰੀ ਪ੍ਰਸ਼ਨ ਆਇਆ ਵੀ ਸੀਗਾ ਕਿ ਭਾਸ਼ਾ ਅਧਿਆਪਕ ਦਾ ਇੱਕ ਜ਼ਰੂਰੀ ਮਹੱਤਵਪੂਰਨ ਗੁਣ ਕਿਹੜਾ ਹੋਣਾ ਚਾਹੀਦਾ। ਉਹ ਜੀ ਹੋਣਾ ਚਾਹੀਦਾ ਉਹਦਾ ਉੱਤਰ ਸੀਗਾ ਸ਼ੁੱਧ ਉਚਾਰਨ ਹੋਣਾ ਚਾਹੀਦਾ ਉਹਦਾ ਅਧਿਆਪਕ ਦਾ। ਕਿਉਂਕਿ ਬੱਚੇ ਆ ਜਿਹੜੇ ਉਹ ਅਧਿਆਪਕ ਦਾ ਅਨੁਕਰਨ ਕਰਦੇ ਆ ਤੇ ਹੁਣ ਅਨੁਕਰਨ ਜਦੋਂ ਕਰਨਗੇ ਤਾਂ ਇਸ ਜਿਹੜਾ ਮਸਲਾ ਜਿਹੜਾ ਅਨੁਕਰਨ ਵਾਲਾ ਉਹਦੇ ਵਿੱਚ ਉਚਾਰਨ ਦਾ ਬੜਾ ਮਹੱਤਵ ਹੈ। ਕਿਉਂਕਿ ਬੱਚਾ ਭਾਸ਼ਾ ਨੂੰ ਅਨੁਕਰਨ ਕਰਕੇ ਹੀ ਸਿੱਖਦਾ ਹੈ। ਇਹ ਗੱਲ ਆਪਾਂ ਕਲੀਅਰ ਕਰ ਚੁੱਕੇ ਹਾਂ। ਅਨੁਕਰਨ ਦੇ ਦੁਆਰਾ ਹੀ ਸਿੱਖਣਾ ਉਹਨੂੰ। ਵਾਤਾਵਰਣ ਤੇ ਅਨੁਕਰਨ ਬਹੁਤ ਮਹੱਤਵਪੂਰਨ ਚੀਜ਼ਾਂ। ਪਹਿਲੇ ਨੰਬਰ ਤੇ ਅਨੁਕਰਨ ਹੈ, ਫਿਰ ਵਾਤਾਵਰਣ ਹੈ। ਹੁਣ ਦੇਖਦੇ ਹਾਂ ਜੀ। ਹਾਂਜੀ, ਉਚਾਰਨ ਦੀ ਸਿੱਖਿਆ ਬੋਲਣ ਕੌਸ਼ਲ ਦਾ ਇੱਕ ਮਹੱਤਵਪੂਰਨ ਅੰਗ ਹੈ। ਧਿਆਨ ਰੱਖਿਓ, ਉਚਾਰਨ ਦੀ ਸਿੱਖਿਆ ਹੈ ਜਿਹੜੀ ਉਹ ਕਿਹਦੇ ਵਿੱਚ ਉਹਨੂੰ ਆਪਾਂ ਪੜ੍ਹਦੇ ਹਾਂ ਬੋਲਣ ਕੌਸ਼ਲ ਦੇ ਵਿੱਚ। ਯਾਦ ਰੱਖਿਓ ਚਾਰਾਂ ਕੌਸ਼ਲਾਂ ਦੇ ਵਿੱਚੋਂ ਉਚਾਰਨ ਦਾ ਸੰਬੰਧ ਹੈਗਾ ਸਾਡਾ ਬੋਲਣ ਕੌਸ਼ਲ ਦੇ ਨਾਲ। ਦੂਸਰੀ ਗੱਲ, ਇੱਕ ਗੱਲ ਕਲੀਅਰ ਕਰ ਲਓ। ਦੂਸਰੀ ਗੱਲ ਦੇਖੋ ਕਿਹੜੀ ਹੈ। ਉਚਾਰਨ ਦੀ ਸਿੱਖਿਆ ਦਾ ਕੀ ਭਾਵ ਹੈ। ਉਚਾਰਨ ਦੀ ਸਿੱਖਿਆ ਦਾ ਹੀ ਭਾਵ ਹੈ ਵੀ ਸ਼ੁੱਧ ਉਚਾਰਨ ਦੀ ਸਿਖਲਾਈ ਦੇਣਾ। ਅਗਰ ਮੰਨ ਲਓ ਪ੍ਰਸ਼ਨ ਆ ਜੇ ਵੀ ਉਚਾਰਨ ਦੀ ਸਿੱਖਿਆ ਦਾ ਕੀ ਭਾਵ ਹੈ ਜੀ, ਤਾਂ ਉਹਦਾ ਉੱਤਰ ਹੋਊਗਾ ਜੀ ਸ਼ੁੱਧ ਉਚਾਰਨ ਦੀ ਸਿਖਲਾਈ ਦੇਣਾ। ਉਚਾਰਨ ਇੱਕ ਭਾਸ਼ਾ ਅਧਿਆਪਕ ਦਾ ਵਿਸ਼ੇਸ਼ ਜ਼ਰੂਰੀ ਗੁਣ ਹੈ, ਬਹੁਤ ਜ਼ਰੂਰੀ ਹੈ। ਸ਼ੁੱਧ ਉਚਾਰਨ ਦੇ ਕਾਰਨ ਭਾਸ਼ਾ ਦਾ ਮੌਖਿਕ ਰੂਪ ਹੈ ਜਿਹੜਾ ਉਹ ਸੁਭਾਵਿਕ ਅਤੇ ਪ੍ਰਭਾਵਸ਼ਾਲੀ ਬਣਿਆ ਰਹਿੰਦਾ ਹੈ। ਸੁਭਾਵਿਕ ਹੋਣਾ ਬਹੁਤ ਜ਼ਰੂਰੀ ਹੈ। ਪ੍ਰਭਾਵਸ਼ਾਲੀ ਕਿਵੇਂ ਹੁੰਦਾ, ਜਦੋਂ ਅਧਿਆਪਕ ਆਪਣੀ ਗੱਲ ਨੂੰ ਸ਼ੁੱਧ ਸ਼ਬਦਾਂ ਦੇ ਵਿੱਚ ਕਹਿੰਦਾ ਹੈ। ਇਸ ਕਰਕੇ ਭਾਸ਼ਾ ਦਾ ਸ਼ੁੱਧ ਉਚਾਰਨ ਇੱਕ ਬਹੁਤ ਮਹੱਤਵਪੂਰਨ ਬਹੁਤ ਜ਼ਰੂਰੀ ਅੰਗ ਹੈ ਜਦੋਂ ਗੱਲ ਆ ਗਈ ਭਾਸ਼ਾ ਦੀ। ਹੁਣ ਆਪਾਂ ਉਚਾਰਨ ਦੀ ਸਿੱਖਿਆ ਜਿਹੜੀ ਇਹ ਆਪਾਂ ਤੁਹਾਨੂੰ ਦੱਸਤਾ ਵੀ ਬੋਲਣ ਕੌਸ਼ਲ ਦੇ ਵਿੱਚ ਆਪਾਂ ਪੜ੍ਹਨੀ ਹੈ। ਹਾਂਜੀ, ਉਚਾਰਨ ਦੋਸ਼ ਜਾਂ ਅਸ਼ੁੱਧ ਉਚਾਰਨ ਦੇ ਕਾਰਨ ਸ਼ਬਦ ਜੋੜਾਂ ਸੰਬੰਧੀ ਅਸ਼ੁੱਧੀਆਂ ਪ੍ਰਗਟ ਹੁੰਦੀਆਂ ਹਨ। ਅਸ਼ੁੱਧੀਆਂ ਨਹੀਂ, ਅਸ਼ੁੱਧੀਆਂ ਪ੍ਰਗਟ ਹੋ ਜਾਂਦੀਆਂ। ਦੇਖੋ ਜੀ, ਜਿਹੜੀਆਂ ਸ਼ਬਦ ਜੋੜਾਂ ਦੇ ਨਿਯਮ ਆਪਾਂ ਪੜ੍ਹਦੇ ਹਨ ਜਾਂ ਤੁਹਾਡੇ ਟੌਪਿਕ ਦਿੱਤਾ ਹੋਇਆ ਸ਼ੁੱਧ ਅਸ਼ੁੱਧ ਸ਼ਬਦ। ਪਹਿਲਾਂ ਵਾਲਾ ਜਿਹੜਾ ਸਿਲੇਬਸ ਸੀ ਰੀਟ ਵਾਲਾ, ਪਹਿਲਾਂ ਵਾਲਾ ਜਿਹੜਾ ਰੀਟ ਵਾਲਾ ਸਿਲੇਬਸ ਸੀ ਉਹਦੇ ਵਿੱਚ ਲਿਖਿਆ ਸੀਗਾ, ਉਹਦੇ ਵਿੱਚ ਸੀਗਾ ਸ਼ਬਦ ਜੋੜਾਂ ਦੇ ਨਿਯਮ। ਤੇ ਹੁਣ ਉਸੇ ਨੂੰ ਬਦਲ ਕੇ ਨਵਾਂ ਜਿਹੜਾ ਸਿਲੇਬਸ ਹੈ ਜਿਹੜਾ 2021 ਵਾਲਾ ਸੀ ਤੇ ਉਹਦੇ ਵਿੱਚ ਕੀ ਕੀਤਾ ਉਹਨਾਂ ਨੇ ਸ਼ੁੱਧ ਅਸ਼ੁੱਧ ਸ਼ਬਦ ਲਿਖਤਾ। ਇੱਕੋ ਹੀ ਗੱਲ ਹੈ, ਦੋਵਾਂ ਦਾ ਮਤਲਬ ਇੱਕ ਹੀ ਹੈ। ਹੁਣ ਉਹ ਸ਼ਬਦ ਜੋੜਾਂ ਦੇ ਨਿਯਮ ਤੇ ਸ਼ੁੱਧ ਉਚਾਰਨ ਸ਼ੁੱਧ ਅਸ਼ੁੱਧ ਸ਼ਬਦ ਉਹ ਉਚਾਰਨ ਦੀ ਸਿੱਖਿਆ ਦੇ ਨਾਲ ਸੰਬੰਧਿਤ ਹੈ। ਅਗਰ ਮੰਨ ਲਓ ਉਚਾਰਨ ਜਾਂ ਦੋਸ਼ ਹੈ ਜਾਂ ਉਚਾਰਨ ਸੰਬੰਧੀ ਅਸ਼ੁੱਧੀ ਹੈ, ਉਦੋਂ ਕੀ ਹੋਊਗਾ, ਜਿਹੜੇ ਸ਼ਬਦ ਜੋੜਾਂ ਦੇ ਨਿਯਮਾਂ ਦੇ ਵਿੱਚ ਗਲਤੀ ਕਰੂਗਾ ਵਿਦਿਆਰਥੀ ਅਤੇ ਜਾਂ ਸ਼ੁੱਧ ਅਸ਼ੁੱਧ ਸ਼ਬਦਾਂ ਦੇ ਵਿੱਚ ਸ਼ੁੱਧ ਸ਼ਬਦ ਨੂੰ ਅਸ਼ੁੱਧ ਲਿਖੂਗਾ, ਜਿਸ ਕਾਰਨ ਭਾਸ਼ਾ ਦੇ ਲਿਖਤ ਰੂਪ ਵਿੱਚ ਵੀ ਅਸ਼ੁੱਧੀਆਂ ਉਤਪੰਨ ਹੋਣਗੀਆਂ। ਬਿਲਕੁਲ ਹੋਣਗੀਆਂ, ਕਿਉਂਕਿ ਪੰਜਾਬੀ ਭਾਸ਼ਾ ਦਾ ਇੱਕ ਨਿਯਮ ਹੈ, ਜਿਵੇਂ ਬੋਲੋ ਤਿਵੇਂ ਲਿਖੋ। ਅਗਰ ਸ਼ੁੱਧ ਬੋਲੋਗੇ ਤਾਂ ਸ਼ੁੱਧ ਲਿਖੋਗੇ, ਅਗਰ ਅਸ਼ੁੱਧ ਬੋਲੋਗੇ ਤਾਂ ਅਸ਼ੁੱਧ ਲਿਖੋਗੇ। ਇਸੇ ਨੂੰ ਕਿਹਾ ਜਾਂਦਾ ਹੈ ਵੀ ਭਾਸ਼ਾ ਦੇ ਦੇਖੋ ਜਦੋਂ ਆਪਾਂ ਅਸ਼ੁੱਧ ਉਚਾਰਨ ਕਰਨੇ ਆ ਇਹਦਾ ਮਤਲਬ ਕੀ ਹੈ ਵੀ ਭਾਸ਼ਾ ਦਾ ਮੌਖਿਕ ਰੂਪ ਤਾਂ ਅਸ਼ੁੱਧ ਹੋ ਹੀ ਗਿਆ, ਹਾਂ ਉਹਦੇ ਨਾਲ ਨਾਲ ਭਾਸ਼ਾ ਦਾ ਲਿਖਿਤ ਰੂਪ ਵੀ ਅਸ਼ੁੱਧ ਹੋ ਗਿਆ, ਉਹਦੇ ਵਿੱਚ ਵੀ ਗਲਤੀਆਂ ਆਉਣਗੀਆਂ। ਹੁਣ ਅਗਲੀ ਗੱਲ ਦੇਖੋ ਜੀ, ਹਾਂ ਅਸ਼ੁੱਧ ਉਚਾਰਨ ਦੇ ਕਾਰਨ ਕੀ ਹੈ। ਧਿਆਨ ਰੱਖਿਓ, ਇਹਦੇ ਵਿੱਚੋਂ ਪ੍ਰਸ਼ਨ ਬਣਦਾ ਹੁੰਦਾ, ਪੱਕਾ ਬਣਦਾ ਹੁੰਦਾ ਅਸ਼ੁੱਧ ਉਚਾਰਨ ਦੇ ਕਾਰਨਾਂ ਦਾ। ਦੇਖੋ ਕਿਹੜੇ ਕਿਹੜੇ। ਇੱਕ ਤਾਂ ਹੈਗਾ ਜੀ, ਠੀਕ ਹੈ, ਸਰੀਰਕ ਅਤੇ ਵਿਅਕਤੀਗਤ ਕਾਰਨ। ਸਰੀਰ ਦੇ ਵਿੱਚ ਮੰਨ ਲਓ ਕੋਈ ਦੋਸ਼ ਵਗੈਰਾ ਹੈ ਨਾ ਹੈਗਾ, ਸਰੀਰ ਦਾ ਅੰਗ ਹੈ ਜਿਹੜੇ ਬੋਲਣ ਸੰਬੰਧੀ ਅੰਗ ਹੈ, ਜਿਵੇਂ ਜੀਭ, ਦੰਦ, ਤਾਲੂਆ ਤੇ ਵਿੱਚ ਹੁੰਦਾ ਜਿਹੜਾ ਕਾਂ ਜਿਹਨੂੰ ਕਹਿ ਦਿੰਦੇ ਆਪਾਂ ਕਾਂ, ਤੇ ਉਹ ਹੋ ਗਿਆ
ਹੋਰ ਆਪਣੇ ਗਲਾ ਹੋ ਗਿਆ ਹੈ ਨਾ, ਜਿਵੇਂ ਹੁਣ ਮੇਰਾ ਗਲਾ ਤੁਹਾਨੂੰ ਪਤਾ ਹੈ ਵੀ ਮੇਰੇ ਤੋਂ ਥੋੜ੍ਹੀ ਜਿਹੀ ਮੇਰੇ ਗਲੇ 'ਚ ਵਿੱਚ ਬਹੁਤ ਦਿੱਕਤ ਰਹਿੰਦੀ ਹੈ, ਪਰ ਇਹ ਵੀ ਚੀਜ਼ਾਂ ਹੈ ਨਾ ਕਿਤੇ ਅਸ਼ੁੱਧ ਉਚਾਰਨ ਦੇ ਵਿੱਚ ਆ ਜਾਂਦੀਆਂ। ਇੱਕ ਤਾਂ ਆਪਾਂ ਹੁੰਦਾ ਸੁਭਾਵਿਕ ਬੋਲਣਾ, ਮੈਨੂੰ ਥੋੜ੍ਹਾ ਜਿਹਾ ਜ਼ੋਰ ਲਾ ਕੇ ਬੋਲਣਾ ਪੈਂਦਾ, ਕਈ ਵਾਰੀ ਮੈਂ ਵੇਖਿਆ ਵੀ ਮੇਰੀਆਂ ਖੁਦ ਦੀਆਂ ਵੀ ਅਸ਼ੁੱਧੀਆਂ ਹੋ ਜਾਂਦੀਆਂ। ਸੋ ਇਹ ਕੋਈ ਗੱਲ ਨਹੀਂ, ਇਹ ਤਾਂ ਮੈਂ ਵੈਸੇ ਇੱਕ ਤੁਹਾਨੂੰ ਉਦਾਹਰਨ ਦੇ ਰਿਹਾ। ਇੱਥੇ ਦੇਖੋ ਕੀ ਹੈ, ਸਰੀਰਕ ਅਤੇ ਵਿਅਕਤੀਗਤ ਕਾਰਨ ਕੀ ਹੈ। ਦੇਖੋ ਕਿਹੜੀਆਂ ਜੀਭ, ਗਲਾ, ਨੱਕ, ਤਾਲੂ ਆਦਿ ਦੇ ਵਿੱਚ ਕੋਈ ਦੋਸ਼ ਉਤਪੰਨ, ਕਿਉਂਕਿ ਕਈ ਨਾ ਹੁਣ ਮੈਂ ਜਿਵੇਂ ਮੈਂ ਨੱਕ ਦੇ ਵਿੱਚ ਦੀ ਜ਼ਿਆਦਾ ਬੋਲਦਾ ਹੈ ਨਾ, ਤਾਂ ਉਹ ਆਪ ਕਈ ਕਹਿ ਦਿੰਦੇ ਨਾ ਵੀ ਉਹ ਜੀ ਉਹ ਬੋਲਦਾ ਗੁਣਗੁਣਾ, ਵੀ ਨੱਕ ਵੀ ਦੀ ਬੋਲਦਾ, ਮੈਂ ਵੀ ਬੋਲਦਾ ਜਿਵੇਂ ਜ਼ਿਆਦਾਤਰ। ਹਾਂ, ਇਹ ਇੱਕ ਸਰੀਰਕ ਜਾਂ ਵਿਅਕਤੀਗਤ ਕਾਰਨ ਆ ਅਸ਼ੁੱਧ ਉਚਾਰਨ ਦੇ। ਇਹਦੇ ਵਿੱਚ ਦੇਖੋ ਜੀ, ਇੱਕ ਤਾਂ ਹੋ ਗਿਆ ਸਰੀਰਕ ਅਤੇ ਵਿਅਕਤੀਗਤ ਕਾਰਨ। ਪ੍ਰਸ਼ਨ ਉਹਦੇ ਦੋ ਬਣਦੇ ਆ ਇੱਥੇ। ਅਸ਼ੁੱਧ ਉਚਾਰਨ ਦਾ ਕਿਹੜਾ ਕਾਰਨ ਨਹੀਂ ਹੈ, ਇੱਕ ਪ੍ਰਸ਼ਨ ਐਗਜ਼ਾਮੀਨਰ ਐਵੇਂ ਬਣਾਉਂਦਾ। ਦੂਸਰਾ, ਅਸ਼ੁੱਧ ਉਚਾਰਨ ਦਾ ਕਾਰਨ ਹੈ ਕਿਹੜਾ ਹੈ, ਫਿਰ ਉਹ ਕੋਈ 3 ਕਾਰਨ ਲਿਖ ਕੇ ਤੇ ਇੱਕ ਅਸੰਗਤ ਲਿਖ ਦਿੰਦਾ। ਤੁਹਾਨੂੰ ਪਤਾ ਹੀ ਹੈ ਪ੍ਰਸ਼ਨ ਪੁੱਛਣ ਦਾ ਤਰੀਕਾ, ਜੇ ਉਹ ਪੁੱਛੇ ਵੀ ਕਿਹੜਾ ਕਾਰਨ ਨਹੀਂ ਹੈ ਤੇ ਉਹ 3 ਸੰਗਤ ਲਿਖ ਕੇ ਇੱਕ ਅਸੰਗਤ ਲਿਖ ਦਿੰਦਾ। ਚਲੋ ਜੀ ਆ ਜਾਓ ਹੁਣ, ਅਸਾਵਧਾਨੀ ਤੇ ਕਾਲਾਪਨ। ਕਈ ਵਾਰੀ ਕਾਹਲੀ ਦੇ ਨਾਲ ਆਪਾਂ ਬੋਲਦੇ ਹਾਂ, ਬਹੁਤ ਸਾਰੇ ਲੋਕ ਮੈਂ ਐਵੇਂ ਦੇ ਦੇਖੇ ਜਿਹੜੇ ਕਾਹਲੀ ਨਾਲ ਬੋਲਦੇ ਆ ਤੇ ਉਹ ਸ਼ਬਦਾਂ ਦੇ ਵਿੱਚ ਅਕਸਰ ਗਲਤੀ ਕਰ ਜਾਂਦੇ ਆ ਬੋਲਣ ਦੇ ਵਿੱਚ, ਕਿਉਂਕਿ ਜਦੋਂ ਆਪਾਂ ਕਾਹਲੀ ਦੇ ਵਿੱਚ ਬੋਲਾਂਗੇ, ਜਦੋਂ ਆਪਾਂ ਅਸਾਵਧਾਨੀ ਰੱਖਾਂਗੇ, ਸਾਵਧਾਨੀ ਦੇ ਨਾਲ ਬੋਲਣਾ, ਇੱਕ ਹੁੰਦਾ ਕਾਲੇ ਹੈ ਨਾ, ਵੀ ਜ਼ਬਾਨ ਤੇਜ਼ ਚਲਾਉਣੀ ਆਪਦੀ, ਤੇ ਉਹਦੇ ਵਿੱਚ ਕੀ ਹੁੰਦਾ, ਅਸ਼ੁੱਧੀ ਹੋ ਜਾਂਦੀ ਹੈ ਕਾਹਲੀ ਨਾਲ ਬੋਲਣ ਸਮੇਂ, ਉਚਾਰਨ ਵਿਗੜ ਜਾਂਦਾ। ਦੋਸ਼ਪੂਰਨ ਆਦਤਾਂ ਹੁੰਦੀਆਂ ਕਈਆਂ ਦੀਆਂ, ਕਈ ਰੁਕ ਕੇ ਬੋਲਦੇ ਆ ਹੈ ਨਾ, ਵੀ ਕਈ ਮੈਂ ਬੰਦੇ ਵੇਖੇ ਐਵੇਂ ਦੇ ਰੁਕ ਕੇ ਬੋਲਦੇ ਆ। ਅਤੇ ਉਹ ਮੈਂ ਕਈ ਵਾਰੀ ਕਹਿੰਦਾ ਹੁੰਦਾ, ਸਾਡਾ ਇੱਕ ਰਿਸ਼ਤੇਦਾਰ ਘਰੇ ਆਉਂਦਾ ਹੁੰਦਾ ਹੈ, ਕਈ ਵਾਰੀ ਬਜ਼ੁਰਗ ਹੈ ਥੋੜ੍ਹੇ ਜਿਹੇ, ਅਤੇ ਉਹ ਮੈਨੂੰ ਬੜਾ ਉਹਨਾਂ 'ਤੇ ਮਤਲਬ ਚਲੋ ਠੀਕ ਹੈ, ਆਪਣਾ ਸਟਾਈਲ ਹੁੰਦਾ। ਅਤੇ ਉਹਨੇ ਕੀ ਕਰਨਾ ਵੀ ਜਿਵੇਂ ਕੋਈ ਗੱਲ ਮੰਨ ਲਓ ਸ਼ੁਰੂ ਕਰ ਲਈ, ਅਤੇ ਫਿਰ ਉਹਨੇ ਜਿਵੇਂ ਗੱਲ ਸੁਣਾਤੀ ਅੱਧੀ, ਵੀ ਜਿਵੇਂ ਮੰਨ ਲਓ ਉਹਨੇ ਕੀ ਕੀਤਾ, ਵੀ ਮੰਨ ਲਓ ਉਹਨੇ ਸਮੁੰਦਰ ਵੇਖਿਆ ਕਿਤੇ, ਉਹਨੇ ਕਹਿਣਾ ਵੀ ਮੈਂ ਸਮੁੰਦਰ ਦੇਖਿਆ, ਅਤੇ ਗੱਲ ਉਹਨੇ ਰੋਕ ਦੇਣੀ ਆ ਉੱਥੇ, ਅਤੇ ਥੋੜ੍ਹੇ ਕੁ ਚਿਰ ਬਾਅਦ ਫਿਰ ਉਹਨੇ ਸ਼ੁਰੂ ਕਰਨੀ ਆ। ਥੋੜ੍ਹੇ ਕੁ ਚਿਰ ਬਾਅਦ ਉੱਥੇ ਵੀ ਘਾਹ ਬੜਾ ਵਧੀਆ ਉੱਗਿਆ ਸੀਗਾ ਕਿਨਾਰਿਆਂ 'ਤੇ ਹੈ, ਅਤੇ ਥੋੜ੍ਹਾ ਚਿਰ ਫਿਰ ਰੁਕ ਜੂਗਾ, ਫਿਰ ਥੋੜ੍ਹੇ ਟਾਈਮ ਬਾਅਦ ਫਿਰ ਬੋਲੂਗਾ, ਫਿਰ ਥੋੜ੍ਹੇ ਕੁ ਚਿਰ ਬਾਅਦ ਆਖੂਗਾ ਵੀ ਉੱਥੇ ਨਾ ਐਵੇਂ ਰੇਤਾ ਸੀਗੀ ਅਤੇ ਉੱਥੇ ਐਵੇਂ ਸਿੱਪੀਆਂ ਸੀ, ਸੰਖ ਸੀ। ਥੋੜ੍ਹੇ ਚਿਰ ਬਾਅਦ ਫਿਰ 15-20 ਮਿੰਟਾਂ ਬਾਅਦ ਫਿਰ ਗੱਲ ਉਹੀ ਕਰੀ ਜਾਊਗਾ, ਅਤੇ ਉਹ ਕੀ ਕਰੂਗਾ ਵੀ ਉਹ ਇਹਨੂੰ ਕਹਿ ਦਿੰਦਾ ਰੁਕ ਕੇ, ਕਈ ਵਾਰੀ ਨਹੀਂ ਮੈਂ ਵੈਸੇ ਗੱਲ ਕਰਦਾ, ਇਹ ਰੁਕ ਕੇ ਬੋਲਣ ਦੇ ਦੋਸ਼ 'ਚ ਨਹੀਂ ਆਉਂਦਾ, ਇਹ ਰੁਕ ਕੇ ਬੋਲਣਾ, ਗੱਲ ਮੈਨੂੰ ਚੇਤੇ ਆ ਗਈ ਉਹਦੇ ਤੋਂ, ਵੀ ਕਈ ਤਾਂ ਬਾਹਲਾ ਹੀ ਰੁਕ ਕੇ ਬੋਲਦੇ ਆ, ਇੱਕ ਤਾਂ ਵੈਸੇ ਹੀ ਰੁਕ ਕੇ ਬੋਲਦੇ ਹੁੰਦੇ ਆ। ਕਈ ਵਾਰੀ ਮੈਂ ਵੇਖਿਆ 2 ਤਰ੍ਹਾਂ ਦੇ ਸਟੂਡੈਂਟ ਹੁੰਦੇ ਆ ਜਮਾਤਾਂ ਦੇ ਵਿੱਚ, ਜਾਂ ਤਾਂ ਰੁਕ ਕੇ ਬੋਲਣਗੇ, ਸ਼ਬਦਾਂ 'ਤੇ ਰੁਕ ਜਾਣਗੇ, ਅਤੇ ਜਾਂ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਥੇ ਵਿਸ਼ਰਾਮ ਦੇਣਾ, ਕਿੱਥੇ ਰੁਕਣਾ, ਨਾ ਉਹਨਾਂ ਨੂੰ ਕੋਈ ਮਤਲਬ ਨਹੀਂ, ਉਹ ਦੱਬੀ ਆਉਂਦੇ ਆ ਕਿੱਲੀ ਆਪਦੀ। ਅਤੇ ਹੁਣ ਰੁਕ ਕੇ ਬੋਲਣਾ, ਹੜਬੜਾਉਣਾ, ਕਈ ਹੜਬੜਾਉਂਦੇ ਆ ਬੋਲਣ ਲੱਗੇ, ਬੋਲਣ ਸਮੇਂ ਤਕੀਆ ਕਲਾਮ ਦੀ ਆਦਤ ਹੋਣਾ। ਕਈ ਕਹਿੰਦੇ ਹੁੰਦੇ ਨੇ ਮੈਂ ਕਿਹਾ ਬਈ, ਮੈਂ ਕਿਹਾ ਹੈ ਨਾ ਬਈ, ਹੈ ਨਾ, ਅਤੇ ਹੋਰ ਬਾਈ ਐਵੇਂ ਕਈ ਗੱਲਾਂ ਕਰਦੇ ਹੈ ਨਾ, ਲੋਕ ਐਵੇਂ ਬੋਲਦੇ ਰਹਿੰਦੇ ਆ, ਤਕੀਆ ਕਲਾਮ ਹੁੰਦਾ ਨਾ ਕਈਆਂ ਦਾ, ਅਤੇ ਉਹ ਜਿਵੇਂ ਉਹ ਜਿਹੜਾ ਤਕੀਆ ਕਲਾਮ ਆ ਉਹ ਵੀ ਅਸ਼ੁੱਧੀਆਂ ਦੇ ਵਿੱਚ ਆ ਜਾਂਦਾ ਹੈ। ਜਦੋਂ ਬੰਦਾ ਜ਼ਿਆਦਾ ਤਕੀਆ ਕਲਾਮ ਦੀ ਯੂਜ ਕਰੂਗਾ ਅਤੇ ਉਹ ਤਕੀਆ ਕਲਾਮ ਹੀ ਫਿਰ ਲੱਗਦਾ ਉਹਦੇ ਵਿੱਚ। ਤਕੀਆ ਕਲਾਮ ਇੱਕ ਬੰਦੇ ਦੀ ਜ਼ੁਬਾਨ 'ਤੇ ਇੱਕ ਚੜ੍ਹਿਆ ਹੁੰਦਾ ਸ਼ਬਦ, ਕਈ ਜਾਂਦੇ ਨੇ ਜਾਣੀਏ, ਮੈਂ ਕਿਹਾ, ਕਈ ਲੋਕ ਐਵੇਂ ਵਾਰੀ ਗੱਲ ਹੈ ਨਾ ਕਰਦੇ ਬੋਲਦੇ ਆ। ਅਤੇ ਮੇਰੀ ਵੀਡੀਓ ਦੇ ਵਿੱਚ ਵੀ ਹੋਣਾ ਮੈਨੂੰ ਲੱਗਦਾ ਹਨਾ ਸ਼ਬਦ ਮੈਂ ਕਈ ਵਾਰੀ ਕਰਦਾ ਰਹਿੰਦਾ, ਵੀ ਹੈ ਨਾ ਫਲਾਨੀ ਗੱਲ ਹੈ ਨਾ, ਐਵੇਂ ਇਹ ਜਿਹੜਾ ਇਹ ਆਉਂਦੀਆਂ ਸਾਡੀਆਂ ਦੋਸ਼ਪੂਰਨ ਆਦਤਾਂ ਦੇ ਵਿੱਚ, ਰੁਕ ਕੇ ਬੋਲਣਾ, ਹੜਬੜਾਉਣਾ, ਬੋਲਣ ਸਮੇਂ ਤਕੀਏ ਕਲਾਮ ਦੀ ਆਦਤ ਹੋਣਾ। ਹੋਰ ਵੀ ਹੈ ਦੇਖੋ, ਕਈ ਉਚਾਰਨ ਛੋਟਾ ਕਰਕੇ ਬੋਲੀ ਜਾਂਦੇ ਰਹਿੰਦੇ ਆ, ਬਹੁਤ ਬੋਲਦੇ ਆ, ਵਾਹਿਗੁਰੂ ਨੂੰ ਵਾਖਰੂ ਬੋਲਣਾ। ਅੱਛਾ ਹੋਰ ਦੇਖੋ, ਸਾਹਿਬ ਨੂੰ ਸਾਹਿਬ, ਜਿਵੇਂ ਪਰਮੇਸ਼ਵਰ ਨੂੰ ਪਰਮੇਸ਼ਰ, ਉਹ ਚਲੋ ਇਹ ਤਾਂ ਕੋਈ ਦਿੱਕਤ ਨਹੀਂ, ਇੱਦਾਂ ਨਹੀਂ। ਜਿਵੇਂ ਬਾਲਾ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਲੋਕ ਕਹਿ ਦਿੰਦੇ ਆ, ਮੁਕਤਸਰ ਨੂੰ ਮੁਕਤਸਰ ਜਾਣਾ ਜੀ ਅਸੀਂ, ਹਾਂ। ਪ੍ਰਸ਼ਨ ਨੂੰ ਪਰਸ਼ਨ ਬੋਲ ਦਿੰਦੇ ਆ, ਕਈਆਂ ਨੂੰ ਪਤਾ ਨਹੀਂ ਗਾ ਵੀ ਰਾਇ ਅੱਧਾ, ਅਤੇ ਫਿਰ ਉਹ ਪ੍ਰਸ਼ਨ ਨਹੀਂ ਬੋਲਦੇ, ਕਈ ਪਰਸ਼ਨ ਬੋਲਦੇ, ਅਤੇ ਉਹ ਸਾਡੇ ਵੀ ਹੈਗਾ ਇੱਕ, ਚਲੋ ਆਪਾਂ ਨਾਮ ਕਾਹਤੋਂ ਲੈਣਾ, ਕੋਈ ਅਧਿਆਪਕ ਆ, ਅਤੇ ਉਹ ਕੀ ਕਰਦਾ ਵੀ ਉਹ ਐਕਚੁਅਲੀ ਦੇ ਵਿੱਚ ਕੋਈ ਆਪਾਂ ਨੂੰ ਪਾਸੇ ਜਾਣਦਾ, ਕੋਈ ਅਧਿਆਪਕ ਮੇਰੇ ਸਟਾਫ 'ਚੋਂ ਨਹੀਂ ਗਾ, ਕੋਈ ਹੋਰ ਕਿਤੇ ਦੀ ਗੱਲ ਕਰਦਾ ਮੈਂ, ਅਤੇ ਉਹ ਅਰਸਤੂ ਨੂੰ ਅਰਸਤੂ ਬੋਲਦਾ। ਅਤੇ ਇਹ ਜਿਹੜੇ ਉਚਾਰਨ ਦੋਸ਼ਾਂ ਦੇ ਵਿੱਚ ਆਉਂਦੇ ਆ। ਆਪਣੇ ਉਹ ਜਿਹੜਾ ਹੈਗਾ ਯੂਨਾਨ ਦਾ ਜਿਹੜਾ ਹੈਗਾ ਵਿਦਵਾਨ, ਯੂਨਾਨ ਦਾ ਆਪਾਂ ਪੜ੍ਹਦੇ ਹਾਂ ਆਲੋਚਕ, ਅਰਸਤੂ ਨਾਮ ਪੜ੍ਹਦੇ ਹਾਂ ਉਹਦਾ,
ਪਲੇਟੋ ਦਾ ਚੇਲਾ ਜਿਹੜਾ, ਤੇ ਉਹ ਉਹਨੂੰ ਕਹਿੰਦਾ ਹੈ ਅਰਸਤੂ। ਤੇ ਇਹ ਵੀ ਫਰਕ ਹੈ ਬੋਲਣਾ, ਹੈ ਨਾ, ਵੀ ਇਹ ਇੱਕ ਉਚਾਰਨ ਛੋਟਾ ਕਰਕੇ ਬੋਲਣ ਦੀ ਪ੍ਰਵਿਰਤੀ ਹੈ। ਛੋਟੇ ਦੇ ਵਿੱਚ ਪ੍ਰਸ਼ਨ ਨੂੰ ਪ੍ਰਸ਼ਨ ਬੋਲ ਦੇਣਾ, ਇਹ ਵੀ ਉਚਾਰਨ ਛੋਟਾ ਕਰਕੇ ਬੋਲਣ ਦੀ ਪ੍ਰਵਿਰਤੀ ਹੈ ਇੱਕ। ਸ਼ੁੱਧ ਉਚਾਰਨ ਦੀ ਅਗਿਆਨਤਾ ਵੀ ਹੁੰਦੀ ਹੈ, ਵੀ ਕਈਆਂ ਨੂੰ ਸ਼ੁੱਧ ਧੁਨੀਆਂ ਨਹੀਂ ਬੋਲਣੀਆਂ ਆਉਂਦੀਆਂ। ਬਹੁਤ ਸਾਰੇ ਤੁਹਾਨੂੰ ਵਿਖਾ ਦੂੰਗਾ, ਤੁਸੀਂ YouTube 'ਤੇ ਬਹੁਤ ਸਾਰੀਆਂ ਵੀਡੀਓ ਦੇਖ ਸਕਦੇ ਆ ਪੰਜਾਬੀ ਦੇ ਨਾਲ ਸੰਬੰਧਿਤ, ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ। ਨੰਗਾ ਨੂੰ ਨੀਂਗਾ ਬੋਲਦੇ ਆ ਲੋਕ, ਠੱਠਾ ਨੂੰ ਠੈਠਾ, ਕਿਉਂਕਿ ਬੋਲਣਾ ਨਹੀਂ ਆਉਂਦਾ। ਅੜਾੜਾ ਨੂੰ ਰਾੜਾ, ਰਾੜਾ ਲੋਕੀ ਕਹਿੰਦੇ ਆ, ਅੜਾੜਾ ਸ਼ਬਦ ਹੈ, ਉਹਨੂੰ ਰਾੜਾ ਵੀ ਰਾੜਿਆ ਹੋਇਆ, ਵੀ ਰਾੜ ਦਿੰਦੇ ਆਪਾਂ ਕਿਸੇ ਚੀਜ਼ ਨੂੰ, ਪਕਾਉਂਦੇ ਆ ਜਦੋਂ ਰਾੜ ਦਿੰਦੇ, ਉਹ ਥੋੜ੍ਹਾ ਆ ਮਤਲਬ ਇਹ ਹੈ ਰਾੜਾ, ਦੋਨੇ ਹੀ ਅੜੈ ਅੜੈ ਆ, ਅੜਾੜਾ। ਕਈ ਲੋਕੀ ਰਾੜਾ ਬੋਲਦੇ ਹਨ। ਬੋਲਣ ਦੇ ਆਪਣੇ ਆਪਣੇ ਲੋਕਾਂ ਨੇ ਸਿਸਟਮ ਪੈਦਾ ਕਰ ਰੱਖੇ ਆ, ਹੈ ਨਾ, ਅਤੇ ਪਰ ਉਹ ਕੀ ਆ, ਉਹ ਅਸ਼ੁੱਧ ਉਚਾਰਨ ਦੇ ਵਿੱਚ ਆਉਂਦਾ। ਕਾਰਨ ਕੀ ਹੈ? ਕਿਉਂਕਿ ਸ਼ੁੱਧ ਉਚਾਰਨ ਦੀ ਅਗਿਆਨਤਾ ਉਹਨਾਂ ਨੂੰ, ਅਸ਼ੁੱਧ ਤਾਂ ਬੋਲਣਗੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਗਾ ਵੀ ਅਸੀਂ ਇਹਨੂੰ ਬੋਲਣਾ ਕਿਵੇਂ ਹੈ। ਅਤੇ ਇਹ ਵੀ ਆਪਣੇ ਆਪਣੇ ਹਿਸਾਬ ਆ, ਹੈ ਨਾ, ਆਪਣੇ ਆਪਣੇ ਲੋਕਾਂ ਨੇ ਆਪਣੇ ਆਪਣੇ ਹਿਸਾਬ ਨਾਲ ਸ਼ਬਦਾਵਲੀ ਸੈੱਟ ਕੀਤੀ ਹੋਈ ਹੈ। ਅਤੇ ਪਰ ਅਸਲੀ ਕੀ ਹੈ ਗੱਲ, ਵੀ ਜਦੋਂ ਆਪਾਂ ਕਿਸੇ ਭਾਸ਼ਾ ਦੀ ਗੱਲ ਕਰੀਏ ਤਾਂ ਉਦੋਂ ਜ਼ਰੂਰੀ ਹੈ ਸ਼ੁੱਧ ਉਚਾਰਨ ਦੀ ਆਪਾਂ ਨੂੰ ਗਿਆਨ ਹੋਣਾ ਚਾਹੀਦਾ। ਸ਼ੁੱਧ ਉਚਾਰਨ ਦਾ, ਸ਼ੁੱਧ ਉਚਾਰਨ ਦਾ ਗਿਆਨ ਹੈ ਤਾਂ ਕੋਈ ਦਿੱਕਤ ਨਹੀਂ, ਫਿਰ ਤੁਸੀਂ ਕਿਤੇ ਵੀ ਗਲਤੀ ਨਹੀਂ ਕਰੋਗੇ। ਅਗਰ ਤੁਹਾਨੂੰ ਉਹਨਾਂ ਸ਼ਬਦਾਂ ਦੀਆਂ ਧੁਨੀਆਂ ਦਾ ਨਹੀਂ ਗਿਆਨ, ਸ਼ੁੱਧ ਧੁਨੀਆਂ ਦਾ ਨਹੀਂ ਗਿਆਨ, ਤਾਂ ਬਸ ਸਮਝੋ ਕੋਈ ਭਾਸ਼ਾ ਦੀਆਂ ਧੁਨੀਆਂ, ਹੁਣ ਪੰਜਾਬੀ ਦੀਆਂ ਵਰਤਮਾਨ ਦੇ ਵਿੱਚ 41 ਧੁਨੀਆਂ, 41 ਦੀਆਂ ਧੁਨੀਆਂ ਜਿਹੜੀਆਂ ਆਪਾਂ ਮਤਲਬ ਉਹਨਾਂ ਨੂੰ ਵਧੀਆ ਤਰੀਕੇ ਨਾਲ ਪੜ੍ਹਨਾ ਚਾਹੀਦਾ। ਅਤੇ ਜਿਵੇਂ ਆਪਾਂ ਖੱਖੇ ਦੇ ਪੈਰ ਬਿੰਦੀ ਆ, ਗੱਗੇ ਦੇ ਪੈਰ ਬਿੰਦੀ ਆ, ਹੈ ਨਾ, ਅਤੇ ਫੱਫੇ ਦੇ ਪੈਰ ਬਿੰਦੀ ਆ। ਅਤੇ ਹੁਣ ਜਿਵੇਂ ਮੰਨ ਲਓ ਐਂ ਕਰੀ ਜਾਣਾ ਵੀ ਗੱਗੇ ਪੈਰ ਬਿੰਦੀ ਗਾ ਬੋਲੇ, ਹੈ ਨਾ, ਅਤੇ ਫੱਫੇ ਪੈਰ ਬਿੰਦੀ ਫਾ ਬੋਲੇ ਫਾ। ਅਤੇ ਹੁਣ ਉਹਨਾਂ ਬਿੰਦੀਆਂ ਦਾ ਫਿਰ ਮਤਲਬ ਕੀ ਰਹਿ ਗਿਆ, ਲਾਉਣ ਦਾ ਥੱਲੇ, ਹੈ ਨਾ। ਇਸ ਕਰਕੇ ਥੋੜ੍ਹਾ ਜਿਹਾ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਆਪਾਂ, ਹੁਣ ਜਿਵੇਂ ਖਵਾਹਿਸ਼ ਕਹਿ ਦਿੰਦੇ ਹਾਂ, ਪਰ ਅਸਲ ਦੇ ਵਿੱਚ ਖਵਾਹਿਸ਼ ਮਤਲਬ ਖੈ ਨੂੰ ਖੈ ਕਰਕੇ ਬੋਲਣਾ, ਅਤੇ ਇਸ ਕਰਕੇ ਉਵੇਂ ਹੀ ਫੈ ਨੂੰ ਫੈ ਕਰਕੇ ਬੋਲਣਾ। ਅਤੇ ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਇਹ ਆਪਾਂ ਨੂੰ ਕਦੋਂ ਆਉਂਦੀਆਂ, ਜਦੋਂ ਆਪਾਂ ਉਚਾਰਨ, ਸ਼ੁੱਧ ਉਚਾਰਨ ਦਾ ਗਿਆਨ ਪ੍ਰਾਪਤ ਕਰਦੇ ਹਾਂ। ਸ਼ੁੱਧ ਉਚਾਰਨ ਦਾ ਗਿਆਨ ਨਹੀਂ ਗਾ ਅਤੇ ਉਦੋਂ ਨਹੀਂ ਹੋ ਸਕਦਾ, ਆਪਾਂ ਨੂੰ ਨੌਲੇਜ ਨਹੀਂ ਹੋਊਗਾ। ਤੁਸੀਂ ਬਹੁਤ ਸਾਰੇ ਵਿਦਿਆਰਥੀ ਦੇਖ ਸਕਦੇ ਹੋ ਤੁਸੀਂ, ਜਿਹੜੇ ਮੰਨ ਲਓ ਇਸ ਨੂੰ ਇਸ ਬੋਲਣਗੇ, ਇਹ ਨੂੰ ਇਹ ਬੋਲਣਗੇ, ਉਹ ਨੂੰ ਉਹ ਬੋਲਣਗੇ। ਕਾਰਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਗਾ ਵੀ ਜਦੋਂ ਆਪਾਂ ਸੋਚਣ ਵਾਲੀ ਗੱਲ ਆ, ਇੱਕ ਛੋਟੀ ਜਿਹੀ ਗੱਲ ਆ, ਜਿਵੇਂ ਮੰਨ ਲਓ ਸ਼ਬਦ ਤਾਂ ਸੀਗਾ, ਹਾਂ ਮੈਂ ਇੱਥੇ ਲਿਖ ਦਿੰਦਾ ਸ਼ਬਦ, ਉਹ ਹੁਣ ਮੈਂ ਤੁਹਾਨੂੰ ਉਦਾਹਰਨਾਂ ਦੇ ਹੀ ਦੇਵਾਂ ਦੋ ਕਾ। ਹਾਂ, ਸ਼ਬਦ ਤਾਂ ਆਹ ਲਿਖਿਆ ਹੋਇਆ, ਬੋਲਣ ਦੇ ਵਿੱਚ ਆ ਇਹ ਬੋਲਣਾ। ਇਹਨੂੰ ਪਹਿਲੀ ਗੱਲ ਤਾਂ ਦੇਖੋ ਲਾਸਟ ਦੇ ਵਿੱਚ ਜਦੋਂ ਹੈ ਆਉਂਦਾ ਤਾਂ ਆਪਾਂ ਨੂੰ ਪਤਾ ਵੀ ਸੁਰ ਯੰਤਰੀ ਆ, ਇਸ ਕਰਕੇ ਇਹ ਸਿੱਧਾ ਹੀ ਆ, ਇਹ ਬੋਲਿਆ ਜਾਂਦਾ ਇਹਨੂੰ। ਹੁਣ ਇਹ ਆ, ਹੁਣ ਤੁਸੀਂ ਬੋਲ ਰਹੇ ਹੋ ਇਹਨੂੰ ਇਹ ਹੈ, ਹੁਣ ਇਹ ਕਿ ਜਦੋਂ ਬੋਲਿਆ ਤਾਂ ਅਗਰ ਮੈਂ ਇਹ ਬੋਲਦਾ ਹੈ ਤਾਂ ਇਹ ਲਿਖਣ ਦੇ ਵਿੱਚ ਐਵੇਂ ਆਊਗਾ, ਆ ਇਹ। ਹੁਣ ਸ਼ਬਦ ਆ ਉਹ ਜਾਂ ਤਾਂ ਉਹ ਸਿੱਧਾ ਬੋਲਿਆ ਜਾਂਦਾ ਇਹਨੂੰ, ਜਾਂ ਹਾਹਾ ਲਾ ਕੇ ਵੀ ਉਹ। ਅਤੇ ਹੁਣ ਲੋਕੀ ਹੁਣ ਬੋਲਣ ਵਾਲੇ ਕਹਿੰਦੇ ਨੇ ਉਹ ਬੋਲਾਂਗੇ ਤਾਂ ਉਹ ਤਾਂ ਆਹ ਚੀਜ਼ ਆ ਬੇਟਾ, ਉਹ ਹੈ ਉੱਤੇ ਦੋ ਮਾਤਰਾਵਾਂ, ਉਹ ਹੈ ਆਹ ਨਹੀਂ ਗਾ, ਇਹ ਆਹ ਨਹੀਂ ਗਾ। ਹੁਣ ਲੋਕੀ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਗਾ ਵੀ ਈੜੀ ਸਿਆਰੀ ਇਹ ਬੋਲਦਾ ਆ, ਈੜੀ ਸਿਆਰੀ ਈ ਨਹੀਂ ਬੋਲਦਾ ਹੁੰਦਾ। ਜਿਵੇਂ ਹਿੰਦੀ ਦੇ ਵਿੱਚ ਛੋਟੀ ਈ ਦੀ ਮਾਤਰਾ ਈ ਬੋਲਦੀ ਆ, ਇਸ ਤਰ੍ਹਾਂ ਆਊਗਾ, ਅਤੇ ਪੰਜਾਬੀ ਦੇ ਵਿੱਚ ਆਊਗਾ ਇਸ ਨੂੰ ਇਸ ਪੜ੍ਹਿਆ ਜਾਊਗਾ ਇਸ, ਕਿਉਂਕਿ ਈੜੀ ਸਿਆਰੀ ਇਹ ਜਿਵੇਂ ਹਿੰਦੀ ਦੇ ਵਿੱਚ ਹੁੰਦੀ ਆ ਛੋਟੀ ਈ ਦੀ ਮਾਤਰਾ ਜਿਹੜੀ, ਉਹਨੂੰ ਆਪਾਂ ਬੋਲਦੇ ਹਾਂ ਈ, ਛੋਟੀ ਬੋਲਦੇ ਹਾਂ, ਪਰ ਪੰਜਾਬੀ ਦੇ ਵਿੱਚ ਬੋਲਣ ਦੇ ਵਿੱਚ ਇਹ ਥੋੜ੍ਹੀ ਜਿਹੀ ਮਤਲਬ ਉਹਨੂੰ ਪਾਸੇ ਦੀ ਬੋਲਿਆ ਜਾਂਦਾ। ਅਤੇ ਉਹ ਜਦੋਂ ਆਪਾਂ ਬੋਲਾਂਗੇ, ਆਪਾਂ ਉਦੋਂ ਜਦੋਂ ਇਹਨੂੰ ਆਪਾਂ ਸ਼ੁੱਧ ਪੜ੍ਹਾਂਗੇ ਤਾਂ ਆਪਾਂ ਈੜੀ ਸਿਆਰੀ ਇਹ ਅਤੇ ਹੈ ਇਹ ਪੜ੍ਹਾਂਗੇ। ਅਤੇ ਪਰ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਵੀ ਈੜੀ ਸਿਆਰੀ ਇਹ ਬੋਲਦਾ ਹੈ ਤਾਂ ਆਪਾਂ ਉਦੋਂ ਪੜ੍ਹਾਂਗੇ ਈੜੀ ਸਿਆਰੀ ਈ, ਅਤੇ ਆਪਾਂ ਇਹਨੂੰ ਇਹ ਪੜ੍ਹਾਂਗੇ, ਇਹ ਜਾਂ ਇਹ ਜਿਵੇਂ ਆਪਾਂ ਪੜ੍ਹਦੇ ਹਾਂ। ਇਹ ਮੈਨੂੰ ਲੱਗਦਾ ਵੀ ਤੁਹਾਨੂੰ ਗੱਲ ਸਮਝ ਆ ਗਈ ਹੋਣੀ ਹੈ ਨਾ। ਹਾਂ, ਉਚਾਰਨ, ਸ਼ੁੱਧ ਉਚਾਰਨ ਦੀ ਅਗਿਆਨਤਾ ਸਮਾਜਿਕ ਕਾਰਨ ਵੀ ਹੈ। ਸਮਾਜ ਦੇ ਵਿੱਚ ਕਿਉਂਕਿ ਬੱਚਾ ਤਾਂ ਖਾਸ ਕਰਕੇ ਹੀ ਅਨੁਕਰਨ ਦੇ ਦੁਆਰਾ ਸਿੱਖਦਾ। ਸਮਾਜ ਦੇ ਵਿੱਚ ਜਿਵੇਂ ਦਾ ਮਾਡਲ ਪ੍ਰਸਤੁਤ ਕਰ ਦੋਗੇ, ਜਿਵੇਂ ਦਾ ਉਚਾਰਨ ਵਾਲਾ ਕੋਈ ਹੋਊਗਾ ਅਤੇ ਬੱਚਾ ਉਵੇਂ ਦਾ ਉਚਾਰਨ ਸਿੱਖ ਜੂਗਾ। ਸ਼ੁੱਧ ਉਚਾਰਨ ਸੁਣਨ ਦਾ ਅਭਾਵ ਹੁੰਦਾ, ਸਮਾਜਿਕ ਵਾਤਾਵਰਣ ਦੇ ਵਿੱਚ ਸ਼ੁੱਧ ਉਚਾਰਨ ਸੁਣਨ ਦਾ ਅਵਸਰ ਨਹੀਂ ਮਿਲਦਾ। ਕਿਉਂਕਿ ਬਹੁਤ ਸਾਰਾ ਮੈਂ ਕਈ ਵਾਰੀ ਨਾ ਮੈਂ ਤੁਹਾਨੂੰ ਦੱਸਦਾ ਸਮਾਜਿਕ ਕਾਰਨ ਦੀ ਇੱਕ ਉਦਾਹਰਨ ਦਿੰਦਾ ਵੀ ਸਮਾਜਿਕ ਕਾਰਨ ਦੇ ਵਿੱਚ ਸਾਡੇ ਲੋਕੀ ਕਿਵੇਂ ਗਲਤ ਬੋਲਦੇ ਆ, ਅਤੇ ਸਾਨੂੰ ਵੀ ਉਵੇਂ ਹੀ ਹੈ ਨਾ ਆਪਾਂ ਵੀ ਉਵੇਂ ਹੀ ਪੜ੍ਹ ਕੇ ਉਵੇਂ ਹੀ ਸੁਣ ਕੇ ਉਹਨਾਂ ਤੋਂ, ਅਤੇ ਆਪਾਂ ਨੂੰ ਲੱਗਦਾ ਵੀ ਐਂ ਹੀ ਹੋਣਾ। ਮੈਂ ਬੜਾ ਟਾਈਮ
ਵੀ ਪਿੰਡ ਦੇ ਵਿੱਚ ਕਈ ਹੁੰਦੇ ਆ ਨਾ ਵੀ ਅਖਾਣ ਵਗੈਰਾ ਬੋਲਣ ਵਾਲੇ, ਲੋਕੋਕਤੀਆਂ ਬੋਲਣ ਵਾਲੇ, ਤੇ ਉਹ ਲੋਕੋਕਤੀਆਂ ਜਿਹੜੇ ਬੋਲਣ ਵਾਲੇ ਆ ਤੇ ਉਹ ਕੀ ਕਰਦੇ ਆ ਵੀ ਉਹ ਅਕਸਰ ਤੁਸੀਂ ਦੇਖਿਆ ਹੋਣਾ ਵੀ ਆਪਣੇ ਹਿਸਾਬ ਨਾਲ ਕਈ ਬੋਲ ਦਿੰਦੇ ਆ। ਜਿਵੇਂ ਮੌਕਾ ਮਿਲ ਬਣਿਆ ਕਈ ਵਾਰੀ ਸਾਡੇ ਪਿੰਡ ਦੇ ਵਿੱਚੋਂ ਹੀ ਕਈ ਬਜ਼ੁਰਗ, ਮੈਂ ਉਹਨਾਂ ਤੋਂ ਹੀ ਉਹ ਗੱਲ ਵੀ ਸੁਣ ਲਈ, ਤਾਂ ਉਹਨਾਂ ਨੇ ਕੀ ਕਹਿਣਾ ਵੀ ਇੱਕ ਅਖਾਣ ਦੀ ਵਰਤੋਂ ਕਰਨੀ ਤੇ ਉਹਨਾਂ ਨੇ ਕਹਿਣਾ ਮੁੜ ਕੁੜ ਖੋਤੀ ਬੋੜ ਹੇਠਾਂ, ਵੀ ਮੁੜ ਕੁੜ ਖੋਤੀ ਹੈ ਜਿਹੜੀ ਉਹ ਬੋੜ ਦੇ ਥੱਲੇ ਆਊਗੀ। ਤਾਂ ਸੋਚਣ ਵਾਲੀ ਗੱਲ ਹੈ ਵੀ ਖੋਤੀ ਹੈ ਜਿਹੜੀ ਉਹ ਬੋੜ ਦੇ ਥੱਲੇ ਕੀ ਲੈਣ ਜਾਊਗੀ, ਹੈ ਨਾ, ਵੀ ਆਪਣੇ ਸੋਚਣ ਵਾਲੀ ਗੱਲ ਹੀ ਹੈ ਵੀ ਖੋਤੀ ਬੋੜ ਦੇ ਥੱਲੇ ਕਿਉਂ ਜਾਊਗੀ। ਹਾਂ, ਜਦੋਂ ਬਾਅਦ ਦੇ ਵਿੱਚ ਸ਼ੁੱਧ ਪੰਜਾਬੀ ਵਿਆਕਰਣ ਪੜ੍ਹੇ ਤਾਂ ਉਹਦੇ ਵਿੱਚ ਉਹ ਅਖਾਣ ਪੜ੍ਹਿਆ ਤੇ ਸ਼ੁੱਧ ਰੂਪ ਉਹਦਾ ਸੀਗਾ ਮੁੜ ਕੁੜ ਖੋਤੀ ਬੋਝ ਹੇਠਾਂ। ਵੀ ਮੰਨ ਲਓ ਕੋਈ ਬੰਦਾ ਮਹਾਰਾਜ ਦਾ ਫਿਰ ਫੁਰ ਕੇ ਇੱਧਰ ਉੱਧਰ ਵਾਪਸ ਆ ਜੇ, ਉਹਦੇ ਵਾਸਤੇ ਇਹ ਅਖਾਣ ਵਰਤਿਆ ਜਾਂਦਾ ਸੀ ਵੀ ਮੁੜ ਕੁੜ ਖੋਤੀ ਬੋਝ ਹੇਠਾਂ। ਵੀ ਖੋਤੀ ਦਾ ਕੰਮ ਕੀ ਹੈ, ਬੋਝ ਚੱਕਣਾ। ਵੀ ਖੋਤੀ ਆ ਭਾਵੇਂ ਕਿਤੇ ਵੀ ਗਲੀਆਂ 'ਚ ਰੂੜੀਆਂ ਤੇ ਲੁੱਟ ਲੁੱਟ ਕੇ ਆ ਜੇ ਤੇ ਉਹਨੇ ਆਖਰ ਨੂੰ ਕਿੱਥੇ ਆਉਣਾ, ਬੋਝ ਹੇਠਾਂ ਆਉਣਾ, ਬੋਝ ਦੇ ਥੱਲੇ ਆਉਣਾ। ਅਖਾਣ ਤਾਂ ਐਵੇਂ ਸੀ, ਪਰ ਉਹ ਮਤਲਬ ਕੀ ਹੈ ਵੀ ਸਾਡੇ ਜਿਹੜਾ ਸਿਸਟਮ ਹੀ ਐਵੇਂ ਦਾ, ਮਤਲਬ ਮੈਂ ਜਿਵੇਂ ਸੁਣਿਆ ਤੇ ਮੈਨੂੰ ਲੱਗਿਆ ਵੀ ਐਂ ਹੀ ਹੋਊਗਾ ਇਹ, ਤੇ ਉਵੇਂ ਹੀ ਮੈਂ ਉਸ ਚੀਜ਼ ਨੂੰ ਪਕਾ ਲਿਆ। ਤੇ ਬਾਅਦ ਦੇ ਵਿੱਚ ਜਦੋਂ ਮੈਨੂੰ ਹੌਲੀ ਹੌਲੀ ਬਾਅਦ 'ਚ ਜਿਵੇਂ ਜਿਵੇਂ ਮੈਂ ਲਿਟਰੇਚਰ ਪੜ੍ਹਦਾ ਗਿਆ ਫਿਰ ਮੈਨੂੰ ਪਤਾ ਲੱਗਿਆ ਵੀ ਨਹੀਂ, ਇਹ ਮੁੜ ਕੁੜ ਖੋਤੀ ਬੋੜ ਹੇਠਾਂ ਨਹੀਂ ਆਊਗੀ, ਮੁੜ ਕੁੜ ਕੇ ਖੋਤੀ ਹੈ ਜਿਹੜੀ ਉਹ ਬੋਝ ਹੇਠਾਂ ਆਊਗੀ, ਬੋਝ ਦੇ ਥੱਲੇ। ਕਿਉਂਕਿ ਖੋਤੇ ਇਹ ਭਾਰ ਢੋਣ ਨੂੰ ਹੁੰਦੇ ਆ, ਬੋਝਾ ਢੋਣ ਨੂੰ ਹੁੰਦੇ ਆ। ਇਹਨੂੰ ਕਿਹਾ ਜਾਂਦਾ ਸਮਾਜੀਕਰਨ। ਸਮਾਜੀਕਰਨ ਦੀ ਸਭ ਤੋਂ ਵੱਡੀ ਉਦਾਹਰਨ ਦੇ ਦਿੱਤੀ ਤੁਹਾਨੂੰ। ਅਧਿਆਪਕ ਦੀ ਅਯੋਗਤਾ ਵੀ ਹੁੰਦੀ ਹੈ, ਬਿਲਕੁਲ। ਅਧਿਆਪਕ ਕਈ ਵਾਰੀ ਅਸ਼ੁੱਧ ਉਚਾਰਨ ਬਹੁਤ ਕਰਦਾ। ਮੈਂ ਬਹੁਤ ਅਧਿਆਪਕ ਵੇਖੇ ਐਵੇਂ ਦੇ, ਪੰਜਾਬੀ ਖਾਸ ਕਰ ਜਦੋਂ ਪੜ੍ਹਾਉਂਦੇ ਆ ਤੇ ਪਤੰਦਰ ਸਿਰੇ ਹੀ ਕਰਾ ਦਿੰਦੇ ਆ ਕਈ ਤਾਂ ਕਹਾਣੀਆਂ, ਕਿਉਂਕਿ ਇਹਦਾ ਕੋਈ ਹੈ ਤਾਂ ਹੈ ਨਹੀਂ ਵੀ ਇਹਦੇ 'ਚ ਮਤਲਬ ਕੋਈ ਸਪੈਸ਼ਲ ਕੋਈ ਹੈ ਤਾਂ ਹੈ ਨਹੀਂ ਵੀ ਮੌਖਿਕ ਪ੍ਰੀਖਿਆ ਰੱਖੀ ਆ, ਕੋਈ ਇੰਟਰਵਿਊ ਰੱਖਿਆ ਵੀ ਜਿਹਦੇ ਵਿੱਚ ਵੇਖ ਲੈਣਗੇ ਵੀ ਇਹਨੂੰ ਕੋਈ ਸ਼ੁੱਧ ਬੋਲਣਾ ਆਉਂਦਾ ਵੀ ਹੈ ਕਿ ਨਹੀਂ। ਉਹ ਤਾਂ ਹੈ ਨਹੀਂ ਗਾ। ਉਸ ਮਾਮਲੇ 'ਚ ਅਗਰ ਹੁੰਦਾ ਵੀ ਤਾਂ ਹੋ ਸਕਦਾ ਸਾਡੇ ਵਰਗੇ ਲੱਗਦੇ ਹੀ ਨਾ, ਕੋਈ ਹੋਰ ਹੀ ਲੱਗੇ ਹੁੰਦੇ, ਹੈ ਨਾ। ਕਿਉਂ? ਕਾਰਨ ਕੀ? ਕਿਉਂਕਿ ਇੰਟਰਵਿਊ ਵਗੈਰਾ 'ਚ ਪੈਸਾ ਬੜਾ ਚੱਲ ਜਾਂਦਾ। ਇਹ ਵੀ ਸਮੱਸਿਆਵਾਂ ਬਹੁਤ ਖੜੀਆਂ ਹੁੰਦੀਆਂ ਸਾਡੇ ਦੇਸ਼ ਦੇ ਵਿੱਚ। ਬਿਮਾਰੀ ਕਿਤੇ ਇੱਕ ਥੋੜ੍ਹਾ ਆ, ਲੱਖਾਂ ਬਿਮਾਰੀਆਂ, ਉਹਦੇ ਵਿੱਚ ਇੱਕ ਬਿਮਾਰੀ ਭ੍ਰਿਸ਼ਟਾਚਾਰ ਵੀ ਹੈ, ਰਿਸ਼ਵਤਖੋਰੀ ਵੀ ਹੈ। ਅਤੇ ਹੁਣ ਦੇਖੋ ਜੀ ਅਧਿਆਪਕ ਦੀ ਅਯੋਗਤਾ ਇੱਥੇ ਪ੍ਰਗਟ ਹੁੰਦੀ ਹੈ। ਤੁਸੀਂ ਦੇਖ ਲਿਓ ਅਧਿਆਪਕ, ਤੁਸੀਂ ਨੇੜੇ ਤੇੜੇ ਦੇਖ ਲਓ ਪੰਜਾਬੀ ਦੇ ਅਧਿਆਪਕ। ਤੁਸੀਂ ਬਾਹਲਾ ਕੀ ਵੇਖਣਾ, ਤੁਸੀਂ ਆਪਣੇ ਆਪ ਨੂੰ ਚੈੱਕ ਕਰਿਆ ਕਰੋ ਵੀ ਤੁਸੀਂ ਅਸੀਂ ਕਿੰਨਾ ਕੁ ਸ਼ੁੱਧ ਪੜ੍ਹਦੇ ਹਾਂ, ਹੈ ਨਾ। ਕਿਉਂਕਿ ਤੁਸੀਂ ਵੀ ਤਾਂ ਗਾਂਹ ਨੂੰ ਇਨ ਫਿਊਚਰ ਦੇ ਵਿੱਚ ਤੁਸੀਂ ਵੀ ਤਾਂ ਬੱਚਿਆਂ ਨੂੰ ਪੜ੍ਹਾਉਣਾ ਹੀ ਹੈ, ਵੀ ਤੁਸੀਂ ਵੀ ਤਾਂ ਸ਼ੁੱਧ ਹੀ ਪੜ੍ਹਾਓਗੇ। ਅਤੇ ਹੁਣ ਇੱਥੇ ਦੇਖ ਲਓ ਜੀ ਯੋਗਤਾ ਅਸ਼ੁੱਧ ਰੂਪ ਵਿੱਚ, ਕਿਉਂਕਿ ਜਿਹੜਾ ਅਧਿਆਪਕ ਨੇ ਬੋਲਤਾ ਵਿਦਿਆਰਥੀ ਨੇ ਅਨੁਕਰਨ ਕਰਕੇ ਗ੍ਰਹਿਣ ਕਰ ਲਿਆ, ਜਿਵੇਂ ਦਾ ਬੋਲਤਾ ਉਵੇਂ ਦਾ ਗ੍ਰਹਿਣ ਕਰ ਲਿਆ। ਐਵੇਂ ਕਰਕੇ ਬਹੁਤ ਵਿਦਿਆਰਥੀ ਐਵੇਂ ਗਲਤੀ ਕਰਦੇ ਮੈਂ ਦੇਖਿਆ। ਬਸ ਉਹਨਾਂ ਦੇ ਪੱਕੇ ਹੋਏ ਆ, ਕੋਸ਼ਿਸ਼ ਨਹੀਂ ਕਰਦੇ, ਉਹ ਕੋਸ਼ਿਸ਼ ਕਰਨਾ ਨਹੀਂ ਚਾਹੁੰਦੇਗੇ। ਐਵੇਂ ਬਹੁਤ ਸਾਰੇ ਅਧਿਆਪਕ ਤੁਸੀਂ ਦੇਖ ਲਿਆ ਆਪਦੇ ਨੇੜੇ ਤੇੜੇ ਪੰਜਾਬੀ ਦੇ ਆ ਜਿਹੜੇ ਉੱਚੀਆਂ ਪੋਸਟਾਂ 'ਤੇ ਆ। ਇਹ ਹੋ ਜਾਂਦਾ, ਅਕਸਰ ਹੋ ਜਾਂਦੀ ਹੈ ਇਹ। ਠੀਕ ਹੈ, ਗਲਤੀਆਂ ਦਾ ਪੁਤਲਾ ਹੈ ਇਨਸਾਨ। ਮੈਂ ਐਵੇਂ ਨਹੀਂ ਕਹਿੰਦਾ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੁੰਦੀ, ਗਲਤੀਆਂ ਹੋ ਜਾਂਦੀਆਂ, ਪਰ ਉਸ ਗਲਤੀ ਨੂੰ ਸੁਧਾਰਨਾ ਨਾ, ਇਹ ਬਹੁਤ ਵੱਡੀ ਗਲਤੀ ਹੈ। ਮੈਂ ਕਹਿੰਦਾ ਇਹ ਬੇਵਕੂਫੀ ਹੈ। ਇਸ ਕਰਕੇ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ 'ਤੇ ਖਾਸ ਧਿਆਨ ਦੇਣ ਦੀ ਲੋੜ ਆ। ਅਧਿਆਪਕ ਦੀ ਅਯੋਗਤਾ ਦਾ ਵੀ ਬਹੁਤ ਤਕੜਾ ਹੱਥ ਹੈ ਵਿਦਿਆਰਥੀ ਦੇ ਅਸ਼ੁੱਧ ਉਚਾਰਨ ਦੇ ਵਿੱਚ। ਮਾਪਿਆਂ ਦਾ ਲਾਡ ਪਿਆਰ ਵੀ ਹੈ ਜੀ। ਆਹ ਦੇਖੋ ਮੈਂ ਉਦਾਹਰਣ ਵੀ ਪਾਇਆ, ਨਹੀਂ ਮੈਂ ਹਜੇ ਖੱਖੇ ਨੂੰ ਥੱਥਾ ਵੀ ਕਰਾਊਂਗਾ। ਹਜੇ ਬਚਪਨ ਵਿੱਚ ਬੱਚੇ ਵੱਲੋਂ ਤੋਤਲਾ ਬੋਲਣਾ, ਇਸ ਤੋਤਲੇ ਉਚਾਰਨ ਨੂੰ ਦੁਹਰਾਉਣਾ, ਹੈ ਨਾ। ਵੀ ਹੁਣ ਤਾਂ ਸਿਸਟਮ ਐਵੇਂ ਹੋ ਗਿਆ ਵੀ ਮੰਨ ਲਓ ਬੱਚਾ ਜਿਹੜਾ ਮਾਪਿਆਂ ਦਾ ਲਾਡਲਾ ਬੱਚਾ, ਅਤੇ ਜਿਹੜਾ ਹੈਗਾ ਬੱਚਾ ਲਾਡਲਾ, ਅਤੇ ਵੈਸੇ ਹੀ ਉਹਨੂੰ ਹੈ ਨਾ ਵੀ ਉਹਨੂੰ ਆਪਾਂ ਮੇਰਾ ਨੋਨਾ ਹੈ, ਮੇਰਾ ਮੋਨਾ ਹੈ, ਐਵੇਂ ਕਰਕੇ ਬੱਚੇ ਨੂੰ ਪਾਲਿਆ ਹੁੰਦਾ। ਤਾਂ ਬੱਚਾ ਵੀ ਅੱਗੋਂ ਲਾਡ ਪਿਆਰ ਦੇ ਵਿੱਚ ਉਹ ਜਿਹੜਾ ਮਤਲਬ ਕੀ ਆ ਵੀ ਭੂਏ ਚੜ੍ਹਨਾ ਜਿਹਨੂੰ ਕਹਿੰਦੇ ਆ, ਸਾਡੇ ਹੈਗਾ ਇੱਕ ਮੁਹਾਵਰਾ ਵੀ ਭੂਏ ਚੜ੍ਹ ਕੇ ਰਹਿੰਦਾ ਬੱਚਾ। ਫਿਰ ਉਹ ਜਿਵੇਂ ਦਾ ਮਤਲਬ ਉਹ ਬੋਲੀ ਜਾਂਦਾ ਅਤੇ ਬਸ ਉਵੇਂ ਦਾ ਹੀ ਉਹਦੇ ਉਚਾਰਨ ਸੈੱਟ ਹੋ ਜਾਂਦਾ। ਇਹ ਵੀ ਇੱਕ ਕਾਰਨ ਹੈ ਮਾਪਿਆਂ ਦਾ ਬਾਹਲਾ ਲਾਡ ਪਿਆਰ ਵੀ। ਅਤੇ ਜੇ ਮੰਨ ਲਓ ਵੀ ਆਪਾਂ ਹੁਣ ਜਿਵੇਂ ਆਹ ਅੱਜ ਕੱਲ੍ਹ ਦਾ ਜਿਹੜਾ ਪਿਆਰ ਹੈ ਜਿਹੜਾ, ਅਤੇ ਉਹ ਵੀ ਤਾਂ ਤੋਤਲਾ ਪਿਆਰ ਹੋ ਗਿਆ, ਹੈ ਨਾ। ਆਹ ਵੇਖ ਲਓ ਉਦਾਹਰਣ ਮੈਂ ਤੁਹਾਡੇ ਸਾਹਮਣੇ ਲਿਖੀ ਹੈ। ਤੁਸੀਂ ਦੇਖਿਆ ਨਹੀਂ ਕਿ ਉਹ ਕਈ ਵਾਰੀ ਵੀਡੀਓਜ਼ ਵਗੈਰਾ ਚੱਲਦੇ ਹੁੰਦੇ ਆ, ਉਹ ਕਹਿੰਦਾ ਮੇਲੇ ਬਾਬੂ ਨੇ ਥਾਣਾ ਥਾਇਆ, ਅਤੇ ਇਹ ਕੀ ਹੈ, ਤੋਤਲਾ ਪਿਆਰ ਹੀ ਹੈ। ਵੈਸੇ ਇੱਕ ਉਦਾਹਰਣ ਦਿੱਤੀ ਹੈ, ਮੈਂ ਕਿਹਾ ਚਲੋ ਹੋਰ ਨਹੀਂ ਤੇ ਹਾਸੀ ਖੇਡੀ ਇੱਕ ਕਰ ਲਾਂਗੇ। ਹਾਂ ਵੀ ਹੁਣ ਇਹਦੇ ਵਿੱਚ ਤੁਹਾਨੂੰ ਪਤਾ ਲੱਗੀ ਜਾਂਦਾ ਹੈ ਨਾ, ਆਪਾਂ ਕਿਸੇ ਨੂੰ ਲਾਡ ਨਾ ਕਹੀਏ, ਪਿਆਰ ਨਾਲ ਤੋਤਲਾ ਬੋਲ ਕੇ ਮੇਲੇ ਬਾਬੂ ਨੇ ਥਾਣਾ ਥਾਇਆ,
ਹੁਣ ਇਹਦੇ ਵਿੱਚ ਕੀ ਹੈ, ਇਹ ਲਾਡ ਪਿਆਰ ਹੀ ਹੈ ਗੱਲ। ਬਸ ਉਹ ਗੱਲ ਵੱਖਰੀ ਹੈ ਵੀ ਉੱਥੇ ਜਦੋਂ ਬੱਚੇ ਦੀ ਆਪਾਂ ਗੱਲ ਕਰਦੇ ਹਾਂ ਉਚਾਰਨ ਦੀ, ਉਦੋਂ ਮਾਪਿਆਂ ਦਾ ਲਾਡ ਪਿਆਰ ਜ਼ਿਆਦਾ ਹੁੰਦਾ ਹੈ। ਕਿਉਂਕਿ ਹੁਣ ਤਾਂ ਵੈਸੇ ਵੀ ਬੱਚੇ ਆ ਜਿਹੜੇ ਉਹ ਘਰ ਦੇ ਵਿੱਚ ਇੱਕ ਇੱਕ ਹੀ ਹੁੰਦਾ ਲਗਭਗ ਸਾਰਿਆਂ ਦੇ, ਹੈ ਨਾ। ਜੀ ਸਥਿਤੀਆਂ ਐਵੇਂ ਦੀਆਂ ਹੋ ਗਈਆਂ ਹੁਣ ਤਾਂ। ਆਦਰਸ਼ ਨਮੂਨੇ ਦੀ ਘਾਟ ਹੈ ਜੀ, ਬਿਲਕੁਲ। ਇੱਕ ਚੰਗਾ ਮਾਡਲ, ਇੱਕ ਚੰਗਾ ਨਮੂਨੇ ਦੀ ਘਾਟ ਹੈ ਬਿਲਕੁਲ ਸਮਾਜ ਦੇ ਵਿੱਚ। ਅਗਰ ਮੰਨ ਲਓ ਸਕੂਲ ਦੇ ਵਿੱਚ, ਘਰ ਦੇ ਵਿੱਚ ਇੱਕ ਆਦਰਸ਼ ਨਮੂਨਾ ਹੈ ਤਾਂ ਉਸ ਸਥਿਤੀ ਦੇ ਵਿੱਚ ਕੀ ਹੋਊਗਾ, ਸਮਾਜ ਵਿੱਚ ਸ਼ੁੱਧ ਉਚਾਰਨ ਸੰਬੰਧੀ ਆਦਰਸ਼ ਨਮੂਨਾ ਅਗਰ ਹੈਗਾ ਤਾਂ ਸਮਝੋ ਵੀ ਦੂਜੇ ਆ ਜਿਹੜੇ ਅਨੁਕਰਨ ਕਰਨ ਵਾਲੇ ਆ, ਉਹ ਇਹ ਗੱਲ ਸੁਭਾਵਿਕ ਹੈ ਵੀ ਉਹ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਹੀ ਗ੍ਰਹਿਣ ਕਰਨਗੇ। ਹੋਰ ਦੇਖੋ ਜੀ ਕਿ ਭੂਗੋਲਿਕ ਕਾਰਨ ਵੀ ਹੈ। ਆ ਦੇਖ ਲਓ, ਸਭ ਤੋਂ ਪਹਿਲੇ ਤਾਂ ਦੇਖੋ ਜੀ ਸਰੀਰਕ ਤੇ ਵਿਅਕਤੀਗਤ ਕਾਰਨ ਆ ਗਏ। ਅਸਾਵਧਾਨੀ ਤੇ ਕਾਲਾਪਣ, ਦੋਸ਼ਪੂਰਨ ਆਦਤਾਂ, ਉਚਾਰਨ ਛੋਟਾ ਕਰਨਾ, ਸ਼ੁੱਧ ਉਚਾਰਨ ਦੀ ਅਗਿਆਨਤਾ, ਸਮਾਜਿਕ ਕਾਰਨ ਵੀ ਅੱਗੇ ਅਧਿਆਪਕ ਦੀ ਅਯੋਗਤਾ, ਮਾਪਿਆਂ ਦਾ ਲਾਡ ਪਿਆਰ, ਆਦਰਸ਼ ਨਮੂਨੇ ਦੀ ਘਾਟ। ਹੁਣ ਆ ਗਿਆ ਜੀ ਭੂਗੋਲਿਕ ਕਾਰਨ। ਭੂਗੋਲਿਕ ਕਾਰਨ ਉਪਬੋਲੀਆਂ ਅਤੇ ਪ੍ਰਾਂਤਿਕ ਪ੍ਰਭਾਵ ਜਿਹੜੇ ਦੇਖੋ, ਆਪਾਂ ਜਿਵੇਂ ਜਿਵੇਂ ਪੰਜਾਬ ਵਾਲੀ ਸਾਈਡ ਨੂੰ ਤੁਰੇ ਜਾਵਾਂਗੇ ਤੁਹਾਨੂੰ ਲੱਗੇਗਾ ਕਿ ਬੋਲੀ ਹੈ ਜਿਹੜੀ ਆਪਣੇ ਨਾਲੋਂ ਵੱਖਰੀ ਹੋ ਰਹੀ ਹੈ। ਆਪਣੇ ਗੰਗਾਨਗਰ ਹਨੂੰਮਾਨਗੜ੍ਹ ਦੀ ਪੰਜਾਬੀ ਨਾਲੋਂ ਉਧਰ ਪੰਜਾਬੀ ਹੈ ਜਿਹੜੀ ਥੋੜ੍ਹੀ ਜਿਹੀ ਡਿਫਰੈਂਸ ਦੇ ਵਿੱਚ ਹੋ ਜੂਗੀ। ਕਾਰਨ ਇਹ ਹੈਗਾ ਜੀ ਪ੍ਰਾਂਤਿਕ ਪ੍ਰਭਾਵ। ਉਪਬੋਲੀਆਂ ਦਾ ਵੀ ਪ੍ਰਭਾਵ ਪੈ ਜਾਂਦਾ ਕਈ ਵਾਰੀ, ਹੈ ਨਾ। ਹੁਣ ਤੁਸੀਂ ਮਾਝੇ ਦੀ ਪਿਓਰ ਬੋਲੀ ਨਹੀਂ ਸੁਣੀ ਕਿਤੇ। ਮਾਝੇ ਦੇ ਪਿਓਰ ਬੋਲਾਂ ਦੇ ਵਿੱਚ ਆਪਾਂ ਜਦੋਂ ਜਾਈਏ ਤਾਂ ਉਦੋਂ ਉਹਨਾਂ ਦੀ ਫ਼ਰਕ ਬਹੁਤ ਹੈ ਬੋਲੀ ਦਾ, ਅਤੇ ਮਾਲਵੇ ਦੇ ਪਿਓਰ ਦੀ ਉਹਨਾਂ ਦਾ ਵੀ ਬਹੁਤ ਫ਼ਰਕ ਹੈ। ਹੁਣ ਜਿਵੇਂ ਮੰਨ ਲਓ ਵੀ ਹੁਣ ਇਹ ਜਿਹੜੀਆਂ ਚੀਜ਼ਾਂ ਇਹ ਵੀ ਕਿਤੇ ਨਾ ਕਿਤੇ ਭੂਗੋਲਿਕ ਕਾਰਨ ਵੀ ਤਾਂ ਇਹ ਸ਼ੁੱਧ ਭਾਸ਼ਾ ਦੀ ਵਰਤੋਂ ਦੇ ਵਿੱਚ ਆ ਜਾਂਦੀਆਂ, ਹੈ ਨਾ। ਵਿਦਿਆਰਥੀ ਅਕਸਰ ਇਸ ਚੀਜ਼ ਨੂੰ, ਮੰਨ ਲਓ ਕੋਈ ਮਾਲਵੇ ਦਾ ਵਿਦਿਆਰਥੀ ਹੈ, ਸੋਚਣ ਵਾਲੀ ਗੱਲ, ਜਿਹੜਾ ਮਲਵਈ ਸੱਭਿਆਚਾਰ ਦੇ ਨਾਲ ਸੰਬੰਧਿਤ ਹੈ। ਮੈਂ ਵੈਸੇ ਇੱਕ ਕਾਮਨ ਗੱਲ ਕਰਦਾ, ਵਿਦਿਆਰਥੀ ਮਲਵਈ ਸੱਭਿਆਚਾਰ ਦੇ ਨਾਲ ਸੰਬੰਧਿਤ ਹੈ ਅਤੇ ਉਹਦੇ ਵਾਸਤੇ ਕਿਉਂਕਿ ਹੁਣ ਆਪਣੇ ਸਟੈਂਡਰਡ ਰੂਪ ਆ, ਜਿਹੜਾ ਟਕਸਾਲੀ ਰੂਪ ਆ, ਉਹ ਮਾਝੀ ਦਾ ਮਤਲਬ ਕੀਤਾ ਵਾ ਸੈੱਟ ਬਈ ਮਾਝੀ ਭਾਸ਼ਾ ਦੇ ਆਧਾਰ 'ਤੇ ਬੋਲਣਾ। ਉਹਨੂੰ ਥੋੜ੍ਹੀ ਜਿਹੀ ਪਰੇਸ਼ਾਨੀ ਆਊਗੀ, ਉਹਨੂੰ ਸ਼ਬਦਾਵਲੀ ਹੈ ਜਿਹੜੀ ਉਹ ਸਿਲੈਕਟ ਕਰਨੀ ਥੋੜ੍ਹੀ ਜਿਹੀ ਮਤਲਬ ਉਹਦੇ ਵਿੱਚ ਦਿੱਕਤ ਆਊਗੀ। ਬਸ ਇਸੇ ਨੂੰ ਕਿਹਾ ਜਾਂਦਾ ਉਪਬੋਲੀਆਂ ਵਾਲਾ ਕਾਰਨ। ਭਾਸ਼ਾ ਦੀਆਂ ਕਈ ਉਪਬੋਲੀਆਂ ਹੋਣ ਕਰਕੇ ਉਚਾਰਨ ਅਲੱਗ-ਅਲੱਗ ਹੈ ਜੀ। ਮਲਵਈਆਂ ਦਾ ਉਚਾਰਨ ਹੋਰ ਹੈ, ਮਾਝੇ ਵਾਲਿਆਂ ਦਾ ਹੋਰ ਹੈ। ਤੁਸੀਂ ਬਾਹਲਾ ਦੂਰ ਕੀ ਜਾਣਾ, ਆਪਣੇ ਹਿੰਦੀ ਬੋਲੀਆਂ ਦਾ ਹੀ ਕਿੰਨਾ ਹੈ ਨਾ। ਹੋਰ ਦੂਰ ਕੀ ਜਾਣਾ, ਤੁਸੀਂ ਆਪਣੇ ਪਿੰਡ ਦੇ ਵਿੱਚ ਹੀ ਹੁੰਦਾ। ਲੈ ਹੋਰ ਦੱਸੋ, ਵੱਖ-ਵੱਖ ਬੋਲੀਆਂ ਵਾਲੇ ਹੁੰਦੇ ਆ ਪਿੰਡ ਦੇ ਵਿੱਚ ਹੀ। ਮੰਨ ਲਓ ਇੱਕ ਪਿੰਡ ਦੇ ਵਿੱਚ ਦੁਆਬੀਏ ਵੀ ਰਹਿੰਦੇ ਆ, ਮਾਝੇ ਵਾਲੇ ਵੀ ਰਹਿੰਦੇ ਆ, ਅਤੇ ਆਪਣੇ ਮਲਵਈ ਵੀ ਰਹਿੰਦੇ ਆ, ਅਤੇ ਉਹ ਦੇਖ ਲਓ ਫਿਰ ਕਿੰਨੇ ਫਰਕ ਦੇ ਨਾਲ ਹੋਊਗਾ, ਹੈ ਨਾ। ਬਾਹਰਲੇ ਪ੍ਰਾਂਤਾਂ ਤੋਂ ਆਏ ਜਿਹੜੇ ਮਜ਼ਦੂਰ ਹੁੰਦੇ ਆ ਉਹ ਪੰਜਾਬੀ ਦੇ ਵਿੱਚ ਅਸ਼ੁੱਧ ਉਚਾਰਨ ਕਰਨਗੇ, ਬਿਲਕੁਲ ਕਰਨਗੇ, ਹੈ ਨਾ। ਵੀ ਹੁਣ ਜਿਵੇਂ ਬਿਹਾਰ ਯੂਪੀ ਦੇ ਜਿਹੜੇ ਆ ਜਾਂਦੇ ਆ ਮਜ਼ਦੂਰ ਲੋਕ ਪੰਜਾਬ ਦੇ ਵਿੱਚ, ਅਤੇ ਉਹ ਸ਼ੁੱਧ ਪੰਜਾਬੀ ਥੋੜ੍ਹਾ ਬੋਲਣਗੇ, ਵੀ ਉਹ ਤਾਂ ਆਪਦੇ ਹਿਸਾਬ ਨਾਲ ਉਹ ਮਤਲਬ ਐਡਜਸਟਮੈਂਟ ਜੀ ਕਰਨਗੇ, ਆਪਣੀ ਭਾਸ਼ਾ ਦੀ ਵਰਤੋਂ ਕਰਨਗੇ, ਕੁਝ ਕੁ ਪੰਜਾਬੀ ਦੀ, ਹੈ ਨਾ। ਗੁਆਂਢੀ ਬੋਲੀਆਂ ਦਾ ਪ੍ਰਭਾਵ ਬਿਲਕੁਲ ਪੈਂਦਾ ਜੀ। ਅੰਗਰੇਜ਼ੀ, ਉਰਦੂ, ਫਾਰਸੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਪੈ ਜਾਂਦਾ, ਹੈ ਨਾ। ਪੈ ਹੀ ਜਾਂਦਾ, ਕੋਈ ਦਿੱਕਤ ਨਹੀਂ, ਕੋਈ ਵੱਡੀ ਗੱਲ ਨਹੀਂ, ਨੋਰਮਲ ਜੀ ਗੱਲ ਹੈ। ਇੱਕ ਸਵਰ ਯੰਤਰਾਂ ਦੇ ਵਿੱਚ ਭਿੰਨਤਾ, ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਜਲਵਾਯੂ ਅਤੇ ਸਵਰ ਯੰਤਰਾਂ ਦਾ ਪ੍ਰਭਾਵ ਹੁੰਦਾ ਹੈ। ਅੰਗਰੇਜ਼ ਆ ਜਿਹੜੇ ਉਹ ਅੜਾੜਾ ਨਹੀਂ ਬੋਲ ਸਕਣਗੇ, ਤੁਸੀਂ ਦੇਖ ਲਿਓ ਕਦੇ ਵੀ ਅੜਾੜਾ ਅੱਖਰ ਨਹੀਂ ਬੋਲ ਸਕੇ। ਉਹਨਾਂ ਨੂੰ ਕਿਹਾ ਨਾ ਟੰਗੜੀ ਕਬਾਬ ਬੋਲ ਕੇ ਦਿਖਾਓ, ਉਹ ਕਹਿਣਗੇ ਟੰਗੜੀ ਕਬਾਬ, ਵੀ ਉਹ ਬੋਲਣ ਦਾ ਤਰੀਕਾ ਉਹਨਾਂ ਦਾ, ਵੀ ਉਹ ਅੜਾੜਾ ਨਹੀਂ ਬੋਲ ਸਕਣਗੇ, ਹੈ ਨਾ। ਅਤੇ ਕੁਝ ਕੁ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਉਹ ਆਪਾਂ ਨਹੀਂ ਬੋਲ ਸਕਦੇ। ਕਾਰਨ ਕੀ ਹੈ, ਸਵਰ ਯੰਤਰਾਂ ਦੇ ਵਿੱਚ ਭਿੰਨਤਾ। ਅਰੇ ਐਵੇਂ ਹੀ ਹੈ ਨਾ। ਹੁਣ ਰਸ਼ੀਅਨ ਲੋਕ ਆ ਜਿਹੜੇ ਉਹ ਕਿਵੇਂ ਦੀ ਪੰਜਾਬੀ ਉਹ ਕਿਵੇਂ ਦੀ ਅੰਗਰੇਜ਼ੀ ਕਿਹੜੇ ਤਰੀਕੇ ਨਾਲ ਬੋਲਦੇ ਆ, ਤੁਸੀਂ ਦੇਖਿਓ ਕਦੇ। ਰਸ਼ੀਅਨ ਲੋਕਾਂ ਦਾ ਹੋਰ ਤਰੀਕਾ ਹੈ, ਆਸਟ੍ਰੇਲੀਆ ਵਾਲਿਆਂ ਦਾ ਹੋਰ ਤਰੀਕਾ, ਇੰਗਲੈਂਡ ਵਾਲੇ ਹੋਰ ਤਰੀਕੇ ਨਾਲ ਬੋਲਣਗੇ, ਅਮਰੀਕਾ ਵਾਲੇ ਹੋਰ। ਉਹਨਾਂ ਦਾ ਜਿਹੜਾ ਲਹਿਜਾ ਉਹ ਥੋੜ੍ਹਾ ਫਰਕ ਦੇ ਵਿੱਚ ਹੋਊਗਾ। ਅਤੇ ਇੰਡੀਅਨ ਬੰਦਾ ਤਾਂ ਸਿਰਾ ਹੀ ਕਰਾਊਗਾ। ਆਪਾਂ ਤਾਂ ਸਿਰਾ ਹੀ ਕਰਾ ਦਿੰਦੇ ਹਾਂ ਸਾਰਾ ਕੰਮ ਅੰਗਰੇਜ਼ੀ ਵਾਲਾ। ਤੁਹਾਨੂੰ ਪਤਾ ਅੰਗਰੇਜ਼ੀ ਪੰਜਾਬੀ ਵਾਲੇ ਤਰੀਕੇ ਨਾਲ, ਹੈ ਨਾ। ਬਹੁਤ ਸਾਰੇ ਮੈਂ ਵੇਖੇ, ਮੈਂ ਆਪ ਮਤਲਬ ਆਇਲਸ ਕਰਦਾ ਰਿਹਾ, ਆਇਲਸ ਮੈਂ ਕੀਤੀ ਹੋਈ ਹੈ ਅਤੇ 6.5 ਸਕੋਰ ਸੀਗਾ ਮੇਰਾ। ਅਤੇ ਮੈਂ ਬਹੁਤ ਸਾਰੇ ਵਿਦਿਆਰਥੀ, ਬਹੁਤ ਸਾਰੀਆਂ ਟੂਮਾਂ ਐਵੇਂ ਦੀਆਂ ਦੇਖੀਆਂ ਵੀ ਜਿਹੜੇ ਮਤਲਬ ਪੰਜਾਬੀ ਵਰਗੂ ਅੰਗਰੇਜ਼ੀ ਨੂੰ ਬੋਲਣਾ, ਜਿਨ੍ਹਾਂ ਨੇ ਬੜਾ ਮਾਹੌਲ ਬਣਾ ਕੇ ਹੁੰਦਾ। ਇਹ ਕਾਰਨ ਸਵਰ ਯੰਤਰਾਂ ਵਿੱਚ ਭਿੰਨਤਾ ਕਰਕੇ। ਹਾਂ, ਆਰਥਿਕ ਕਾਰਨ ਕਿਹੜੇ ਆ? ਹੀਣਤਾ ਭਾਵ ਭਾਵਾਤਮਕ ਸੁਰੱਖਿਆ ਦੀ ਅਣਹੋਂਦ, ਡਰ, ਹੀਣ ਭਾਵਨਾ, ਮਾਨਸਿਕ ਕਮਜ਼ੋਰੀ ਜਾਂ ਸਵੈ ਵਿਸ਼ਵਾਸ ਦੀ ਘਾਟ ਕਾਰਨ ਬੱਚੇ ਦਾ ਥਥਲਾਉਣਾ। ਧਿਆਨ ਰੱਖਿਓ, ਆਰਥਿਕ ਕਾਰਨ ਵੀ ਹੈ। ਆਪਾਂ ਨੂੰ ਲੱਗਦਾ ਵੀ ਆਰਥਿਕ ਕਾਰਨ ਕੀ ਹੋ ਸਕਦਾ। ਤੁਸੀਂ ਕਦੇ ਦੇਖ ਲਿਓ
ਗਰੀਬਾਂ ਦੇ ਬੱਚੇ ਅਕਸਰ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਵਿਚਾਰੇ ਹੁੰਦੇ ਹੀ ਗਰੀਬਾਂ ਦੇ ਬੱਚੇ ਹੈ, ਉਹਨਾਂ ਨੂੰ ਕਈ ਵਾਰੀ ਡਰੈਸ ਵਾਸਤੇ ਫੀਸ ਨਹੀਂ ਜੁੜਦੀ, ਕਈ ਵਾਰੀ ਕਿਉਂਕਿ ਸਰਕਾਰ ਨੇ ਕੁਝ ਕੁ ਫੀਸ ਨਿਰਧਾਰਿਤ ਕੀਤੀ ਹੈ ਥੋੜ੍ਹੀ ਜਿਹੀ, ਕਈ ਵਾਰੀ ਤਾਂ ਵਿਚਾਰੇ ਸਾਰਾ ਸਾਲ ਉਹ ਹੀ ਨਹੀਂ ਭਰ ਸਕਦੇ। ਉਹ ਇਹ ਕਈ ਵਾਰੀ ਹੋ ਜਾਂਦਾ, ਬਹੁਤ ਸਾਰੇ ਕੇਸ ਐਵੇਂ ਦੇ ਦੇਖੇ ਆ। ਅਤੇ ਪਰ ਉਹਦੇ ਵਿੱਚ ਕੀ ਹੈ, ਦੇਖੋ ਹੁਣ ਇਹ ਹੈ ਜਿਹੜਾ ਅੱਗੇ ਮੈਂ ਲਿਖੀ ਹੈ, ਨੋਟ ਕਰਕੇ ਗੱਲ, ਵੀ ਥਥਲਾਉਣਾ ਸਰੀਰਕ ਦੋਸ਼ ਵੀ ਹੈ ਅਤੇ ਮਾਨਸਿਕ ਦੋਸ਼ ਵੀ ਹੈ। ਥਥਲਾਉਣਾ ਇੱਕ ਤਾਂ ਸਰੀਰਕ ਦੋਸ਼ ਹੋ ਸਕਦਾ ਹੈ, ਵੀ ਸਰੀਰ ਦੇ ਕਿਸੇ ਅੰਗ ਦੇ ਵਿੱਚ ਦਿੱਕਤ ਆ, ਉਦੋਂ ਥਥਲਾ ਰਿਹਾ ਕੋਈ ਵਿਦਿਆਰਥੀ ਜਾਂ ਬੱਚਾ, ਤਾਂ ਉਹਨੂੰ ਕਿਹਾ ਜਾਂਦਾ ਸਰੀਰਕ ਦੋਸ਼। ਪਰ ਮਾਨਸਿਕ ਮਤਲਬ ਕਿਸੇ ਨੇ ਮਾਨਸਿਕਤਾ ਦੇ ਵਿੱਚ ਹੀ ਬਿਠਾ ਲਿਆ ਵੀ ਮੈਂ ਥਥਲਾ ਕੇ ਹੀ ਬੋਲਣਾ, ਤਾਂ ਉਹਨੂੰ ਮਾਨਸਿਕ ਦੋਨੇ ਚੀਜ਼ਾਂ ਦੇ ਵਿੱਚ ਧਿਆਨ ਰੱਖਿਓ, ਨੋਟ ਲਾ ਕੇ ਲਿਖੀ ਹੈ ਗੱਲ। ਆਰਥਿਕ ਕਾਰਨ ਦੀ ਗੱਲ ਕਰ ਰਹੇ ਸੀ ਆਪਾਂ, ਕਿਉਂਕਿ ਹੀਣਤਾ ਭਾਵ ਵਿਦਿਆਰਥੀ ਦੇ ਵਿੱਚ ਅਕਸਰ ਆ ਜਾਂਦਾ ਹੈ। ਆਰਥਿਕਤਾ ਜਿਹੜੀ ਉਹ ਬੜਾ ਮਹੱਤਵ ਰੱਖਦੀ ਹੈ ਅੱਜ ਦੇ ਸਮੇਂ ਦੇ ਵਿੱਚ। ਫੈਸ਼ਨ ਦੇ ਯੁੱਗ ਵਿੱਚ ਆਰਥਿਕਤਾ ਜਿਹੜੀ ਬਹੁਤ ਮਹੱਤਵਪੂਰਨ ਹੈ। ਫੈਸ਼ਨ ਮੰਨ ਲਓ ਚੰਗੇ ਕੱਪੜੇ ਪਾਏ ਆ, ਡਰੈਸ ਚੰਗੀ ਪਾ ਰੱਖੀ ਹੈ, ਕਿਉਂਕਿ ਡਰੈਸ ਹੈ ਜਿਹੜੀ ਸਕੂਲ ਵਾਲੀ, ਹਾਲਾਂਕਿ ਡਰੈਸ ਕੋਡ ਇੱਕ ਆ, ਪਰ ਫਿਰ ਵੀ ਤੁਸੀਂ ਬਹੁਤ ਸਾਰੇ ਵਿਦਿਆਰਥੀ ਐਵੇਂ ਦੇ ਵੇਖ ਲਿਓ ਵੀ ਜਿਨ੍ਹਾਂ ਦੀ ਵਿਚਾਰਿਆਂ ਦੀ ਡਰੈਸ ਕੱਟੀ ਫਟੀ ਮੈਲੀ ਉਹੀ ਪਾ ਕੇ ਆ ਗਏ, ਸ਼ਾਮ ਨੂੰ ਉਹੀ ਪਾਈ ਹੋਈ ਹੈ, ਕੰਮ 'ਤੇ ਵੀ ਉਹੀ ਪਾਈ ਹੋਈ ਹੈ, ਐਵੇਂ ਵਿਦਿਆਰਥੀ ਵੇਖ ਸਕਦੇ ਹੋ ਤੁਸੀਂ ਐਵੇਂ ਦੇ। ਤਾਂ ਉਹਨਾਂ ਦੀ ਹੀਣਤਾ ਭਾਵ ਹੈ ਜਿਹੜੀ ਉਹ ਅਲੱਗ ਹੋਊਗੀ, ਹੈ ਨਾ, ਕਿਉਂਕਿ ਉਹਨਾਂ ਨੂੰ, ਕਿਉਂਕਿ ਆਪਾਂ ਸਾਰੇ ਬੱਚਿਆਂ ਨੂੰ ਹੁਣ ਸਾਰਿਆਂ ਦੇ ਵਿੱਚ ਨੈਤਿਕ ਗੁਣ ਤਾਂ ਭਰ ਨਹੀਂ ਸਕਦੇ ਆਪਾਂ, ਤਾਂ ਵਿਦਿਆਰਥੀ ਕੀ ਕਰਨਗੇ, ਉਹਨਾਂ ਨੂੰ ਇੱਕ ਦੂਜੇ ਨੂੰ ਮਤਲਬ ਉਹ ਐਵੇਂ ਵੀ ਕਰਨਗੇ ਵੀ ਆਹ ਦੇਖ ਲੈ ਪਤਾ ਨਹੀਂ ਕਿੱਥੋਂ ਮੂੰਹ ਚੱਕ ਕੇ ਆ ਗਿਆ, ਨਾ ਇਹ ਤੋਂ ਹੋਰ ਨਹੀਂ ਤਾਂ ਗੁਰਜੀਆਂ ਨੂੰ, ਮਾਸਟਰਾਂ ਨੂੰ ਸ਼ਿਕਾਇਤਾਂ ਲਾਈ ਜਾਣਗੀਆਂ, ਗੁਰਜੀ ਆਹ ਦੇਖ ਲਓ ਜੀ, ਗੁਰਜੀ ਆਹ ਨਹਾਉਂਦਾ ਹੀ ਨਹੀਂਗਾ, ਗੁਰਜੀ ਦੇ ਸਿਰ 'ਚ ਨਾ ਜੂਆਂ ਪਈਆਂ, ਗੁਰਜੀ ਆਹ ਨਾ ਬੁਰਸ਼ ਨਹੀਂ ਕਰਦਾ, ਐਵੇਂ ਕਰਕੇ ਅਤੇ ਉਹਦੇ ਵਿੱਚ ਹੀਣਤਾ ਭਾਵ ਆਉਂਦੀ। ਹੁਣ ਆਪਾਂ ਬੱਚਿਆਂ ਨੂੰ ਤਾਂ ਕੁਛ ਕਹਿ ਨਹੀਂ ਸਕਦੇ। ਹੁਣ ਜੇ ਮੰਨ ਲਓ ਤੀਸਰੀ ਚੌਥੀ ਪੰਜਵੀਂ ਦਾ ਜਵਾਕ ਆ, ਉਹਨੂੰ ਕੀ ਆਖੀਏ, ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਬੇਟਾ ਨਾ ਕਰ, ਐਵੇਂ ਨਹੀਂ ਕਹੀਦਾ ਹੁੰਦਾ। ਛਾਪੇਖਾਨੇ ਦਾ ਪ੍ਰਭਾਵ ਵੀ ਪੈਂਦਾ ਹੋਇਆ ਦੇਖ ਲਓ, ਪ੍ਰਿੰਟ ਮੀਡੀਆ ਦੀ ਗਲਤੀ ਕਾਰਨ ਸ਼ਬਦ ਜੋੜਾਂ ਵਿੱਚ ਅਸ਼ੁੱਧੀਆਂ ਆ ਜਾਂਦੀਆਂ। ਆਪਣੀ ਬੁੱਕ ਦੇ ਵਿੱਚ ਬਹੁਤ ਸਾਰੀਆਂ ਐਵੇਂ ਦੀਆਂ ਗਲਤੀਆਂ ਸੀ ਜਿਹੜੀਆਂ ਪ੍ਰਿੰਟ ਮੀਡੀਆ ਦੀ ਵਜ੍ਹਾ ਦੇ ਕਾਰਨ ਆ ਗਈਆਂ। ਅਸੀਂ ਬਹੁਤ ਪਕੜ ਦੇ ਵਿੱਚ ਕੀਤੀਆਂ, ਫਿਰ ਵੀ ਛੋਟੀਆਂ ਮਾਤਰਾ ਲਗਾ ਮਾਤਰਾ ਵਾਲੀ ਗਲਤੀ ਕਾਰਨ, ਪ੍ਰਿੰਟ ਮੀਡੀਆ ਦੇ ਕਾਰਨ। ਪ੍ਰਿੰਟ ਮੀਡੀਆ ਦੇ ਵਿੱਚ ਜਿਹੜੀ ਚੀਜ਼ ਆ ਤੁਸੀਂ ਹੁਣ ਦੇਖ ਲਿਓ, ਆ ਪੰਜਾਬੀ ਦੀਆਂ ਨਾ ਕਿਤਾਬਾਂ ਚੱਲੀ ਜਾਂਦੀਆਂ ਦੋ ਤਰ੍ਹਾਂ ਦੀਆਂ। ਪੰਜਾਬੀ ਦੀ ਇੱਕ ਪਹਿਲਾਂ ਕਿਤਾਬ ਸੀ ਅਤੇ ਉਸ ਤੋਂ ਬਾਅਦ 9ਵੀਂ 10ਵੀਂ 11ਵੀਂ 12ਵੀਂ 4 ਕਿਤਾਬਾਂ ਜਿਹੜੀਆਂ ਬਾਅਦ ਦੇ ਵਿੱਚ ਛਪੀਆਂ, ਜਿਹੜੀਆਂ ਉਹਨਾਂ ਨੇ ਕੀ ਕੀਤਾ ਪਤੰਦਰਾਂ ਨੇ, ਉਹਦੇ ਵਿੱਚ ਅੜਾੜਾ ਅੱਖਰ ਵਾਧੂ, ਤੁਸੀਂ ਹੋ ਸਕਦਾ ਕਿਸੇ ਨੇ ਐਵੇਂ ਦੀ ਕਿਤਾਬ ਹੋਵੇ ਜਿਹਦੇ ਵਿੱਚ ਅੜਾੜਾ ਅੱਖਰ ਵਾਧੂ ਪਾਇਆ ਹੋਇਆ ਵਿੱਚ ਕਿਤੇ। ਉਹ ਕਾਰਨ ਕੀ ਹੈ, ਇਹਦੇ ਛਾਪੇਖਾਨੇ ਦਾ ਪ੍ਰਭਾਵ। ਤੁਸੀਂ 9ਵੀਂ ਜਾਂ 10ਵੀਂ ਵਾਲੀ ਪੰਜਾਬੀ ਵਾਲੀ ਕਿਤਾਬ ਦੇਖ ਲਿਓ ਅਤੇ ਉਹਦੇ ਵਿੱਚ ਦੇਖ ਲਿਓ, ਮੰਨ ਲਓ ਜੇ ਤਾਂ ਹੈਗੀ ਆ ਉਹ ਥੋੜ੍ਹੀ ਜਿਹੀ ਪੁਰਾਣੀ ਜਾਂ ਨਵੀਂ, ਮੈਨੂੰ ਧਿਆਨ ਨਹੀਂ ਗਾ ਇਹ ਪੂਰਾ ਸ਼ਿਓਰ ਨਹੀਂ, ਪਰ ਇੱਕ ਦੋ ਤਰ੍ਹਾਂ ਦੀ ਕਿਤਾਬ ਚੱਲ ਰਹੀ ਆ ਮਾਰਕੀਟ 'ਚ। ਇੱਕ ਦੇ ਵਿੱਚ ਅੜਾੜੇ ਵਾਲੀ ਗਲਤੀ, ਅੜਾੜਾ ਵਾਧੂ ਆ, ਉਹ ਕਾਰਨ ਛਾਪੇਖਾਨੇ ਦੇ ਪ੍ਰਭਾਵ ਦੇ ਕਾਰਨ। ਅਸ਼ੁੱਧ ਉਚਾਰਨ ਦੇ ਹੋਰ ਕਾਰਨ ਦੇਖੋ, ਪੰਜਾਬੀ ਭਾਸ਼ਾ ਨੂੰ ਹਿੰਦੀ ਦੇ ਵਾਂਗ ਸਿਖਾਉਣਾ, ਇਹ ਬਹੁਤ ਵੱਡੀਆਂ ਗਲਤੀਆਂ। ਪੰਜਾਬੀ ਭਾਸ਼ਾ ਨੂੰ ਹਿੰਦੀ ਦੇ ਵਾਂਗ ਕਈ ਸਿਖਾਉਣ ਲੱਗ ਜਾਂਦੇ। ਹਾਂ ਠੀਕ ਹੈ, ਇੱਕ ਇਸ ਚੀਜ਼ ਦਾ ਫਾਇਦਾ ਹੈ, ਇੱਕ ਪਲੱਸ ਪੁਆਇੰਟ ਹੈ, ਕਿਹੜਾ ਤੁਹਾਨੂੰ ਮੈਂ ਉਹ ਵੀ ਦੱਸ ਦਿੰਦਾ। ਪਲੱਸ ਪੁਆਇੰਟ ਇਹ ਹੈ ਵੀ ਇਹਦੇ ਨਾਲ ਵੀ ਜਿਹੜਾ ਹਿੰਦੀ ਵਾਲਾ ਕੋਈ ਹੈਗਾ, ਸ਼ੁੱਧ ਹਿੰਦੀ ਬੋਲਦਾ, ਹਿੰਦੀ ਏਰੀਏ ਦੇ ਵਿੱਚ ਰਹਿੰਦਾ, ਉਹਨੂੰ ਪੰਜਾਬੀ ਸਿੱਖਣ ਦੇ ਵਿੱਚ ਆਸਾਨੀ ਹੈ। ਅਗਰ ਕੋਈ ਮੰਨ ਲਓ ਹਿੰਦੀ ਦੇ ਵਿੱਚ ਪੰਜਾਬੀ ਨੂੰ ਪੜ੍ਹਾਉਂਦਾ, ਅਗਰ ਮੰਨ ਲਓ ਕੋਈ ਅੰਗਰੇਜ਼ੀ ਦੇ ਵਿੱਚ ਪੜ੍ਹਾਉਂਦਾ, ਉਹਦਾ ਪਲੱਸ ਪੁਆਇੰਟ ਇਹ ਰਹੂਗਾ ਵੀ ਅੰਗਰੇਜ਼ ਵੀ ਪੰਜਾਬੀ ਸਿੱਖ ਜਾਣਗੇ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਹੋ ਜਾਂਦਾ, ਇਹ ਕਾਮਨ ਗੱਲ ਹੈ। ਪਰ ਇਹਦੇ ਵਿੱਚ ਮੰਨ ਲਓ ਸਕੂਲਾਂ ਦੇ ਵਿੱਚ ਇਸ ਚੀਜ਼ ਨੂੰ ਆਪਾਂ ਲਾਗੂ ਨਹੀਂ ਕਰ ਸਕਦੇ, ਕਿਉਂਕਿ ਸਕੂਲਾਂ ਦੇ ਵਿੱਚ ਲੈਂਗੁਏਜ ਕਰ ਰੱਖਣ ਦਾ ਕਾਰਨ ਹੀ ਇਹ ਹੈ ਵੀ ਫਸਟ ਰੱਖੋ, ਸੈਕਿੰਡ ਰੱਖੋ, ਆਪਾਂ ਐਵੇਂ ਹੈ ਨਾ, ਆਪਾਂ ਨੂੰ ਪਤਾ ਇਸ ਗੱਲ ਦਾ ਵੀ ਲੈਂਗੁਏਜ ਚੁਣੀ ਜਾਂਦੀ ਹੈ। ਲੈਂਗੁਏਜ ਕਾਰਨ ਚੁਣਨ ਦਾ ਵੀ ਬੱਚੇ ਨੂੰ ਜਿਹੜੀ 8ਵੀਂ ਤੱਕ ਦੀ ਪੜ੍ਹਾਈ ਹੈ ਉਹ ਮਾਤਰ ਭਾਸ਼ਾ ਦੇ ਆਧਾਰ 'ਤੇ ਦਿੱਤੀ ਜਾਵੇ। ਇਸ ਕਰਕੇ ਪੰਜਾਬੀ ਨੂੰ ਐਜ਼ ਏ ਮਦਰ ਟੰਗ ਉਹਦੇ ਵਿੱਚ ਲਿਆ ਜਾਂਦਾ, ਮਾਤਰ ਭਾਸ਼ਾ ਦੇ ਵਿੱਚ। ਅਤੇ ਜਿੱਥੇ ਆਪਾਂ ਨੂੰ ਪਤਾ ਹੈ ਵੀ ਜਿੱਥੇ ਮਤਲਬ ਵਿਦਿਆਰਥੀ, ਉਹ ਫਿਰ ਸਰਕਾਰ ਉਹ ਜਿਹੜੇ ਸਰਵੇ ਹੁੰਦੀ ਹੈ ਅਤੇ ਉਹਦੇ ਵਿੱਚ ਜਿੱਥੇ ਵਿਦਿਆਰਥੀ ਪੰਜਾਬੀ ਵਾਲੇ ਹੁੰਦੇ ਆ, ਉੱਥੇ ਪੰਜਾਬੀ ਨੂੰ ਉੱਥੇ ਸਬਜੈਕਟ ਐਜ ਏ ਸਬਜੈਕਟ ਚੂਜ਼ ਕਰ ਲਿਆ ਜਾਂਦਾ, ਚੁਣ ਲਿਆ ਜਾਂਦਾ। ਜਿੱਥੇ ਪੰਜਾਬੀ ਵਾਲੇ ਨਹੀਂ ਹੁੰਦੇ ਉੱਥੇ ਹੋਰ ਭਾਸ਼ਾਵਾਂ ਹੁੰਦੀਆਂ, ਜਿਵੇਂ ਸੰਸਕ੍ਰਿਤ ਹੋ ਗਈ, ਹਿੰਦੀ ਹੋ ਗਈ, ਹੈ ਨਾ, ਜਾਂ ਹੋਰ ਕੋਈ ਵੀ ਹੋਰ ਜਿਹੜੀਆਂ ਹੁੰਦੀਆਂ ਭਾਸ਼ਾਵਾਂ ਚੁਣਦੀਆਂ, ਉਰਦੂ ਵੀ ਹੈ ਵਿੱਚ ਉਹਦੇ ਵਿੱਚ ਇੱਕ, ਹੈ ਨਾ। ਹੁਣ ਇਹਦੇ ਵਿੱਚ ਦੇਖੋ ਜੀ ਵੀ ਪੰਜਾਬੀ ਭਾਸ਼ਾ ਨੂੰ ਹਿੰਦੀ ਵਾਂਗ ਜਿਹੜਾ ਸਿਖਾਉਣਾ, ਇਹ ਪੰਜਾਬੀ ਭਾਸ਼ਾ ਦੇ ਨਾਲ ਨਿਆਂ ਨਹੀਂ ਗਾ, ਇਹ ਕੋਈ ਨਿਆਂਈ ਵਾਲੀ ਗੱਲ ਨਹੀਂ, ਇਹ ਬਹੁਤ ਗਲਤ ਗੱਲ ਹੈ, ਬਹੁਤ ਵੱਡੀ ਗਲਤੀ ਹੈ। ਦੂਸਰੀ, ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਦੂਸਰੇ ਵਿਸ਼ਿਆਂ ਦੇ ਮੁਕਾਬਲੇ ਘੱਟ ਮਹੱਤਵ ਦੇਣਾ। ਬਿਲਕੁਲ ਜੀ, ਆਹ ਤਾਂ ਮੇਰੇ ਨਾਲ ਹੁੰਦੀਆਂ ਆਈਆਂ ਗੱਲਾਂ, ਆਹ ਤਾਂ ਮੇਰੇ ਨਾਲ। ਮੈਨੂੰ ਪਹਿਲਾਂ ਲੋਕ ਪੁੱਛਣਗੇ ਤੁਸੀਂ ਲੈਕਚਰਾਰ ਹੋ, ਮੈਂ ਕਹਿੰਦਾ ਹਾਂ। ਉਹ ਅੱਛਾ, ਵਾਹ ਜੀ ਵਾਹ, ਤੁਸੀਂ ਲੈਕਚਰਾਰ ਹੋ।
ਤੇ ਆਪਣਾ ਕਿਹੜਾ ਸਬਜੈਕਟ ਹੈ ਜੀ? ਮੈਂ ਕਹਿੰਦਾ ਪੰਜਾਬੀ। ਅੱਛਾ ਪੰਜਾਬੀ ਹੈ ਕਿ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬੀ ਦੀ ਮੈਰਿਟ ਕਿੰਨੀ ਖਤਰਨਾਕ ਗਈ ਸੀ। ਉਹਨਾਂ ਨੂੰ ਇਹ ਨਹੀਂ ਪਤਾ ਵੀ ਪੇਪਰ ਕਿੰਨਾ ਖਤਰਨਾਕ ਸੀ। ਪੇਪਰ ਨੇ ਤਾਂ ਸਾਡੀ ਐਸੀ ਤੈਸੀ ਕਰਾਤੀ ਉੱਥੇ, ਸਾਡੀ ਝੱਗ ਕਢਾਤੀ ਉੱਥੇ ਪੇਪਰ ਨੇ। ਤੇ ਇਹ ਉੱਥੇ ਜਾ ਕੇ ਸਾਨੂੰ ਕਹਿ ਦਿੰਦੇ ਅੱਛਾ ਤੁਹਾਡਾ ਸਬਜੈਕਟ ਪੰਜਾਬੀ ਹੈ ਕਿ? ਅੱਛਾ ਅੱਛਾ। ਮੈਂ ਬਹੁਤ ਸਾਰੇ ਦੇਖੇ, ਕਈ ਵਾਰੀ ਪ੍ਰੋਗਰਾਮ ਵਗੈਰਾ 'ਤੇ ਜਾਈਦਾ ਅਤੇ ਉਦੋਂ ਮੈਂ ਵੇਖਿਆ ਤਾਂ ਮੈਨੂੰ ਇਹ ਫੀਲ ਹੁੰਦਾ ਵੀ ਮੈਂ ਕਹਿੰਦਾ ਵੀ ਮੈਂ ਗਲਤੀ ਤਾਂ ਨਹੀਂ ਕਰ ਬੈਠਾ ਹੈ ਨਾ। ਪਰ ਫਿਰ ਮੈਨੂੰ ਮਾਣ ਹੁੰਦਾ। ਮੈਂ ਕਿਹਾ ਕੋਈ ਗੱਲ ਨਹੀਂ, ਕਿਉਂਕਿ ਅੱਜ ਕੱਲ੍ਹ ਵੈਸੇ ਵੀ ਅੱਜ ਕੱਲ੍ਹ ਟਰੈਂਡ ਵਿੱਚ ਚੱਲ ਰਹੀ ਹੈ ਪੰਜਾਬੀ, ਇਹ ਬੜੀ ਤਕੜੀ ਗੱਲ ਹੈ। ਅਤੇ ਉਹ ਮੈਂ ਜੇ ਉਹਦੇ ਵਿੱਚ ਮੰਨ ਲਓ ਇੱਕ ਸਾਗਰ ਚੱਲੀ ਜਾਂਦਾ, ਸਾਗਰ ਦੇ ਵਿੱਚ ਜੇ ਮੈਂ ਬੂੰਦ ਜਿੰਨੀ ਵੀ ਹੈਲਪ ਕਰਤੀ ਨਾ, ਸਾਗਰ ਦੇ ਵਿੱਚ ਇੱਕ ਆਪਣੀ ਬੂੰਦ ਵੀ ਸਿੱਟਦੀ, ਬਸ ਮੈਂ ਇਸ ਤੋਂ ਉੱਤੇ ਕੁਛ ਨਹੀਂ ਗਾ ਮੇਰੇ ਵਾਸਤੇ। ਬਸ ਇੱਕ ਬੂੰਦ ਜਿੰਨਾ ਵੀ ਯੋਗਦਾਨ ਹੋ ਗਿਆ ਤਾਂ ਹੋਰ ਕੁਛ ਨਹੀਂ, ਹੋਰ ਕੁਛ ਨਹੀਂ ਚਾਹੀਦਾ ਮੈਨੂੰ। ਹਾਂਜੀ, ਸਕੂਲਾਂ ਵਿੱਚ ਬੱਚੇ ਨੂੰ ਸ਼ੁੱਧ ਅਤੇ ਟਕਸਾਲੀ ਬੋਲੀ ਵਰਤਣ ਲਈ ਨਹੀਂ ਪ੍ਰੇਰਿਆ ਜਾਂਦਾ, ਬਿਲਕੁਲ ਨਹੀਂ ਪ੍ਰੇਰਦੇ। ਬਸ ਜਵਾਕ ਜਿਵੇਂ ਦੀ ਬੋਲੀ ਜਾਂਦੇ ਉਵੇਂ ਦੀ, ਬਸ ਮਾਸਟਰ ਵੀ ਅੱਗੋਂ ਉਹੋ ਜਿਹੇ ਫੱਟੇ ਚੱਕੀ ਆਉਂਦੇ ਆ। ਸਿੱਖਿਆ ਦਾ ਆਧਾਰ ਪਾਠ ਪੁਸਤਕ ਅਤੇ ਪ੍ਰੀਖਿਆ ਕੇਂਦਰਿਤ ਹੋਣ ਕਰਕੇ ਮੌਖਿਕ ਅਭਿਆਸ ਦਾ ਘਾਟ ਹੈ ਜੀ। ਦੇਖੋ ਤੁਸੀਂ ਦੇਖ ਲਿਓ, ਕਦੇ ਮੈਨੂੰ ਹਾਸਾ ਆਉਂਦਾ ਹੁੰਦਾ ਆਪਣੀ ਸਿੱਖਿਆ ਪ੍ਰਣਾਲੀ 'ਤੇ, ਤੁਹਾਨੂੰ ਵੀ ਇਹ ਗੱਲ ਸੁਣ ਕੇ ਹਾਸਾ ਆਊਗਾ ਵੀ ਆਪਣਾ ਪ੍ਰੈਕਟੀਕਲ ਦਾ ਐਗਜ਼ਾਮ ਹੁੰਦਾ ਅਤੇ ਹੁੰਦਾ ਥਿਓਰੀ ਦੇ ਵਿੱਚ। ਵੇਖ ਲਓ ਤੁਸੀਂ ਭੂਗੋਲ ਦਾ ਜਾਂ ਕੋਈ ਕੰਪਿਊਟਰ ਵਗੈਰਾ ਦਾ ਪ੍ਰੈਕਟੀਕਲ ਹੋਊਗਾ, ਉਹ ਕਹਿਣਗੇ ਜੀ ਤੁਹਾਡਾ ਫਲਾਨੀ ਤਰੀਕ ਨੂੰ ਪ੍ਰੈਕਟੀਕਲ ਆ, ਅਤੇ ਪ੍ਰੈਕਟੀਕਲ ਦੇ ਵਿੱਚ ਕੀ ਕਰਨਗੇ? ਕਾਪੀਆਂ ਵੰਡ ਦੇਣਗੇ, ਲਿਖ ਦਿਓ ਜੀ। ਵੇਖ ਲਓ ਸਾਡਾ ਪ੍ਰੈਕਟੀਕਲ ਵੀ ਥਿਓਰੀ ਰੂਪ ਦੇ ਵਿੱਚ ਹੁੰਦਾ। ਬਸ ਉਹੀ ਗੱਲ ਮੈਂ ਇੱਥੇ ਕਰਨੀ ਚਾਹੁੰਦਾ ਵੀ ਆਧਾਰ ਆ ਜਿਹੜਾ ਪਾਠ ਪੁਸਤਕ ਅਤੇ ਪ੍ਰੀਖਿਆ ਕੇਂਦਰਿਤ ਆ। ਪ੍ਰੀਖਿਆ ਵੀ ਕਿਹੜੀ? ਲਿਖਤ ਪ੍ਰੀਖਿਆ। ਮੌਖਿਕ ਪ੍ਰੀਖਿਆ ਦੀ ਤਾਂ ਜਮਾਂ ਹੀ ਘਾਟ ਆ ਸਾਡੇ ਸਕੂਲਾਂ ਦੇ ਵਿੱਚ। ਅਤੇ ਬੱਚੇ ਦਾ ਉਚਾਰਨ ਦੋਸ਼ ਕਿਵੇਂ ਦੂਰ ਹੋਊਗਾ? ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਬੱਚਾ ਸ਼ੁੱਧ ਉਚਾਰਨ ਕਰ ਰਿਹਾ ਜਾਂ ਅਸ਼ੁੱਧ, ਕਿਹੜੇ ਅੱਖਰ ਨੂੰ ਕਿਹੜੇ ਸ਼ਬਦ ਨੂੰ ਬੱਚਾ ਕਿਵੇਂ ਬੋਲ ਰਿਹਾ, ਆਪਾਂ ਨੂੰ ਪਤਾ ਹੀ ਨਹੀਂ ਲੱਗਣਾ। ਹੋਰ ਦੇਖੋ, ਲਓ ਜੀ ਉਚਾਰਨ ਦੋਸ਼ ਤਾਂ ਆਪਣੇ ਸਾਹਮਣੇ ਆ ਗਏ। ਉਚਾਰਨ ਦੋਸ਼ਾਂ ਦੇ ਸੁਧਾਰ ਵੀ ਤਾਂ ਕਰ ਦਈਏ, ਆ ਜਾਓ ਸੁਧਾਰ ਕਰੀਏ। ਇੱਕ ਤਾਂ ਧੁਨੀ ਯੰਤਰਾਂ ਦਾ ਗਿਆਨ ਦੇਣਾ ਬੱਚੇ ਨੂੰ, ਧੁਨੀ ਯੰਤਰਾਂ ਦਾ ਗਿਆਨ ਦੇ ਦੇਣਾ ਵੀ ਆਹ ਜਿਹੜੀ ਧੁਨੀ ਹੈ ਇਹ ਇਸ ਯੰਤਰ ਦੀ ਸਹਾਇਤਾ ਨਾਲ ਬੋਲੀ ਜਾਊਗੀ। ਸਾਡੇ ਜਿਹੜੇ ਆਪਣੇ ਸਰੀਰ ਦੇ ਅੰਗ, ਸਰੀਰ ਦੇ ਜਿਹੜੇ ਯੰਤਰ ਆ ਉਹਨਾਂ ਦੀ ਸਹਾਇਤਾ ਨਾਲ ਵੱਖ ਵੱਖ ਧੁਨੀਆਂ ਅਤੇ ਧੁਨੀਆਂ ਸੰਬੰਧੀ ਉਚਾਰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਜੀ ਆਹ ਤਾਲਵੀ ਧੁਨੀਆਂ, ਜੀ ਆਹ ਹੋਠੀ ਜਾਂ ਦੋ ਹੋਠੀ ਧੁਨੀਆਂ, ਹੈ ਨਾ। ਇਸ ਤਰ੍ਹਾਂ ਕਰਕੇ ਜਦੋਂ ਧੁਨੀਆਂ 'ਤੇ ਜਾਣਕਾਰੀ ਹੋਊਗੀ ਤਾਂ ਬੱਚਾ ਆਟੋਮੈਟਿਕ ਸ਼ੁੱਧ ਬੋਲੂਗਾ, ਸ਼ੁੱਧ ਉਚਾਰਨ ਕਰੂਗਾ। ਧੁਨੀ ਯੰਤਰਾਂ ਦਾ ਗਿਆਨ, ਵੱਖ ਵੱਖ ਸੁਣਨ ਦੇ ਸਾਧਨ ਜਿਵੇਂ ਕਿ ਦਰਪਣ, ਗ੍ਰਾਮੋਫੋਨ, ਲਿੰਗਵਾਫੋਨ, ਆਹ ਕੈਮੋਗ੍ਰਾਫ, ਐਕਸਰੇ, ਟੇਪ ਰਿਕਾਰਡ, ਇਹਨਾਂ ਦੀ ਵਰਤੋਂ ਕੀਤੀ ਜਾਵੇ। ਉਚਾਰਨ, ਕਿਉਂਕਿ ਇਹਨਾਂ ਦੀ ਆਪਾਂ ਜਿਹੜੇ ਮੰਨ ਲਓ ਆਪਣਾ ਜਿਹੜਾ ਇਹ ਜਿਹੜਾ ਨਕਸ਼ਾ ਜਿਹਦੇ ਰਾਹੀਂ ਆਪਾਂ ਬੋਲਦੇ ਹਾਂ, ਇਹ ਨਕਸ਼ਾ ਆਪਾਂ ਅਗਰ ਵਿਦਿਆਰਥੀ ਦੇ ਸਾਹਮਣੇ ਰੱਖੀਏ ਤਾਂ ਆਪਾਂ ਉਹਨੂੰ ਦੱਸ ਸਕਦੇ ਹਾਂ ਵੀ ਆਹ ਧੁਨੀ ਹੈ ਜਿਹੜੀ ਚੈ ਧੁਨੀ, ਟੈ ਧੁਨੀ, ਕੈ ਧੁਨੀ, ਪੈ ਧੁਨੀ, ਗੈ ਧੁਨੀ, ਇਹ ਆਪਾਂ ਇਸ ਅੰਗ ਦੇ ਸਹਾਇਤਾ ਦੇ ਨਾਲ ਬੋਲਦੇ ਹਾਂ ਤਾਂ ਬੱਚਾ ਆਟੋਮੈਟਿਕ ਹੀ ਸ਼ੁੱਧ ਉਚਾਰਨ ਕਰੇਗਾ। ਅੱਗੇ ਦੇਖੋ, ਉਚਾਰਨ ਅੰਗਾਂ ਦਾ ਇਲਾਜ, ਮੰਨ ਲਓ ਕਿਸੇ ਦੀ ਸਾਹ ਨਲੀ ਦਾ, ਜੀਭ ਦਾ, ਬੁੱਲ, ਨੱਕ, ਤਾਲੂ, ਦੰਦ, ਗਲਾ ਆਦਿ ਦੇ ਵਿੱਚ ਕੋਈ ਦਿੱਕਤ ਆ ਤਾਂ ਉਹਨੂੰ ਆਪਣਾ ਇਲਾਜ ਜ਼ਰੂਰੀ ਹੈ ਕਰਵਾਉਣਾ। ਉਹਦੇ ਨਾਲ ਉਚਾਰਨ ਅੰਗਾਂ ਦਾ ਇਲਾਜ ਹੋ ਜਾਊਗਾ ਅਤੇ ਉਹਦੇ ਨਾਲ ਕੀ ਹੋਊਗਾ? ਸ਼ੁੱਧ ਉਚਾਰਨ ਆਟੋਮੈਟਿਕ ਹੀ ਆ ਜਾਊਗਾ। ਪੰਜਾਬੀ ਧੁਨੀਆਂ ਦਾ ਵਰਗੀਕਰਨ ਸਿਖਾਉਣਾ, ਇਹ ਸਭ ਤੋਂ ਵੱਡੀ ਗੱਲ ਆ। ਉਚਾਰਨ ਦੋਸ਼ਾਂ ਦੇ ਵਿੱਚ ਜੇ ਸੁਧਾਰ ਕਰਨਾ ਤਾਂ ਉਹਨੂੰ ਸਭ ਤੋਂ ਪਹਿਲਾਂ ਧੁਨੀਆਂ ਦਾ ਵਰਗੀਕਰਨ ਸਿਖਾਓ। ਪੰਜਾਬੀ ਭਾਸ਼ਾ ਦੇ ਸੰਬੰਧੀ ਉਚਾਰਨ ਦੋਸ਼ ਹੈ, ਉਹਨੂੰ ਧੁਨੀਆਂ ਦਾ ਵਰਗੀਕਰਨ ਸਿਖਾਓ। ਉਹਨੂੰ ਕਹੋ ਬੇਟਾ ਆਹ ਧੁਨੀ ਹੈ ਜਿਹੜੀ ਇਸ ਤਰ੍ਹਾਂ ਬੋਲੀ ਜਾਊਗੀ, ਆਹ ਧੁਨੀ ਤੁਸੀਂ ਇਸ ਤਰ੍ਹਾਂ ਬੋਲਣੀ ਹੈ, ਧੁਨੀਆਂ ਦਾ ਵਰਗੀਕਰਨ ਕਰ ਦਿਓ, ਹੈ ਨਾ। ਵਿਅਕਤੀਗਤ ਸਹਾਇਤਾ, ਕਿਉਂਕਿ ਹਰ ਬੱਚਾ ਜਿਹੜਾ, ਦੇਖੋ ਜਿਹੜੇ ਬੱਚੇ ਤਾਂ ਅਸ਼ੁੱਧ ਉਚਾਰਨ ਕਰ ਰਹੇ ਆ, ਬਹੁਤ ਜ਼ਿਆਦਾ ਕਰਦੇ ਆ, ਉਹਨਾਂ ਵਾਸਤੇ ਤਾਂ ਆਪਾਂ ਵਿਅਕਤੀਗਤ ਰੂਪ ਦੇ ਵਿੱਚ ਧਿਆਨ ਦੇਣਾ ਪਊਗਾ ਆਪਾਂ ਨੂੰ। ਇੱਕ ਪ੍ਰਸ਼ਨ ਪੁੱਛਿਆ ਗਿਆ ਸੀਗਾ ਵੀ ਮੰਨ ਲਓ ਜਿਹੜਾ ਜਮਾਤ ਦੇ ਵਿੱਚ ਕੁਝ ਕਮਜ਼ੋਰ ਵਿਦਿਆਰਥੀ ਹੈ, ਕਮਜ਼ੋਰ ਵਿਦਿਆਰਥੀਆਂ ਵਾਸਤੇ ਕੀ ਕਰੇ ਅਧਿਆਪਕ? ਕੀ ਆਪਣੇ ਅਧਿਆਪਨ ਦੀ ਗਤੀ ਹੈ ਜਿਹੜੀ ਉਹ ਘੱਟ ਰੱਖੇ, ਜਾਂ ਕੀ ਕਰੇ ਅਧਿਆਪਨ ਦੀ ਗਤੀ ਤਾਂ ਉਵੇਂ ਹੀ ਚੱਲਦੀ ਰਹੇ ਹੁਸ਼ਿਆਰ ਵਿਦਿਆਰਥੀਆਂ ਦੇ ਬਰਾਬਰ, ਜਾਂ ਐਵਰੇਜ ਚਲਾਉਂਦਾ ਰਹੇ, ਅਤੇ ਜਿਹੜੇ ਨਿਲ ਵਿਦਿਆਰਥੀ ਹੈ, ਕਮਜ਼ੋਰ ਹੈ, ਉਹਨਾਂ 'ਤੇ ਥੋੜ੍ਹਾ ਜਿਹਾ ਵੱਧ ਧਿਆਨ ਦੇਵੇ। ਆਹ ਉੱਤਰ ਸਹੀ ਬਣਦਾ ਸੀ ਇਹਦਾ। ਹੁਣ ਇਹੀ ਗੱਲ ਇਹ ਹੈ, ਅਗਰ ਵਿਦਿਆਰਥੀਆਂ 'ਤੇ ਥੋੜ੍ਹਾ ਜਿਹਾ ਕਮਜ਼ੋਰ ਵਿਦਿਆਰਥੀਆਂ 'ਤੇ ਵੱਧ ਧਿਆਨ ਦਿੱਤਾ ਜਾਊਗਾ ਤਾਂ ਉਹ ਧਿਆਨ ਦੇਣਾ ਕਿਵੇਂ ਹੋਊਗਾ? ਵਿਅਕਤੀਗਤ ਧਿਆਨ ਦੇ ਵਿੱਚ ਆਊਗਾ। ਵਿਅਕਤੀਗਤ ਸਹਾਇਤਾ ਉਚਾਰਨ ਦੇ ਵਿੱਚ ਉਹਨੂੰ ਦੇਣੀ। ਸ਼੍ਰੇਣੀ ਵਿੱਚ ਸਾਵਧਾਨਪੂਰਵਕ ਉਚਾਰਨ, ਇਹ ਗੱਲ ਤਾਂ ਆਪਣੀ ਕਲੀਅਰ ਹੋ ਗਈ। ਅਧਿਆਪਕ ਨੂੰ ਸ਼੍ਰੇਣੀ ਦੇ ਵਿੱਚ, ਜਮਾਤ ਦੇ ਵਿੱਚ, ਕਲਾਸ ਦੇ ਵਿੱਚ ਸਾਵਧਾਨੀ ਦੇ ਨਾਲ ਉਚਾਰਨ ਕਰਨਾ ਚਾਹੀਦਾ, ਸ਼ੁੱਧ ਉਚਾਰਨ ਦਾ ਧਿਆਨ ਰੱਖਣਾ ਚਾਹੀਦਾ। ਸ਼ੁੱਧ ਬੋਲਣ ਵਾਲਿਆਂ ਦੀ ਸੰਗਤ ਕਰਨੀ ਚਾਹੀਦੀ ਹੈ, ਬਿਲਕੁਲ। ਸ਼ੁੱਧ ਉਚਾਰਨ ਵਾਲਿਆਂ ਦਾ ਸੰਗਤ ਕਰੂਗਾ ਤਾਂ ਅਨੁਕਰਨ ਵੀ ਉਹਨਾਂ ਦਾ ਹੀ ਕਰੂਗਾ। ਬਲ ਅਤੇ ਵਿਰਾਮ ਦੀ ਅਭਿਆਸ ਕਰਵਾਓ ਜੀ ਬੱਚੇ ਨੂੰ। ਬਲ, ਵਿਸ਼ਰਾਮ, ਲੈ, ਪ੍ਰਵਾਹ, ਗਤੀ,
इस चीज़ का जो पूरा पूरा अभ्यास होगा तो बच्चा ऐटोमैटिक ही शुद्ध उच्चारण करूगा। दोहराई या ड्रिल विधि शुद्ध उच्चारण वास्ते अगर बच्चा कोई शब्द अशुद्ध बोल रहा है तो उन्होंने किहड़ी विधि वरतो, दोहराई या ड्रिल विधि की वरतों करो। दोहराई विधि मतलब बार बार बच्चा उस शब्द को जो दोहराऊगा, रिपीट करूगा, बार बार जो वरतों उपयोग के विच लियाऊगा उदों की होगा, उसका उच्चारण शुद्ध हो जूगा। जिहड़ा शब्द वो अशुद्ध बोलदा उन्होंने स्पष्ट ते शुद्ध बोलण लग जूगा। विधि किहड़ी अपनाउणी है? दोहराई या ड्रिल विधि। व्यक्तिगत ते समूहिक विधि बिल्कुल वरतो। इत्थे ਜਦੋਂ ਬੱਚਾ ਅਸ਼ੁੱਧ ਉਚਾਰਨ ਕਰ ਰਿਹਾ ਤਾਂ ਵਿਅਕਤੀਗਤ ਵਿਧੀ ਵੀ ਵਰਤੋ ਤੇ ਸਮੂਹਿਕ ਵਿਧੀ ਵੀ। ਬੱਚਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਵੀ ਡਰਿਲ ਵਿਧੀ ਨਾਲ ਅਭਿਆਸ ਕਰਾ ਦਿਓ, ਵਿਅਕਤੀਗਤ ਰੂਪ ਦੇ ਵਿੱਚ ਵੀ ਕਰਾ ਦਿਓ। ਜਿਹੜੇ ਵਿਦਿਆਰਥੀ ਜ਼ਿਆਦਾ ਕਮਜ਼ੋਰ ਆ ਉਹਨਾਂ ਨੂੰ ਵਿਅਕਤੀਗਤ ਰੂਪ ਦੇ ਵਿੱਚ ਵੀ ਅਭਿਆਸ ਕਰਾਉਣਾ। ਬਾਕੀ ਇੱਕਸਾਰ ਸਾਰੀ ਜਮਾਤ ਨੂੰ ਵੀ ਸਮੂਹਿਕ ਰੂਪ ਦੇ ਵਿੱਚ ਕਰਨਾ। विश्लेषण विधि भी इत्थे वरत सकते आप। औखे तो वड्डे शब्दों धुनिया में उन्होंने विश्लेषण कर लेना, वो खंड खंड कर लेने है ना। हुण जिवें अमृतसर कोई सही नहीं बोलता तो आप दो शब्दों के एक अमृत एक सर, अमृत सर, अमृत सर एवं जो बोलांगे बच्चे बच्चा ऐटोमैटिक सही कर लूगा, अमृत सर कर लूगा है ना। हाँ, उच्चारण मुकाबले करवाए जाण जी, ब्लैक बोर्ड ते उच्चारण मुकाबले ते जिहड़े बच्चे शुद्ध उच्चारण करन उन्होंने इनाम दिता जाए, उन्होंने शाबाशी दी जाए। पाठ पुस्तक का प्रयोग या वरतों करे। पाठ पुस्तक पढ़ाते समय अध्यापक पहला आप वाचन करे फिर बच्चों तो करवावे। वाचन के दौरान विश्लेषण और अनुकरण विधियां की जो वरतों करूगा, विश्लेषण ते जदों विधियां अनुकरण विधि की वरतों करूगा तो उहदे नाल की होगा, बच्चा अनुकरण विधि दे विच अध्यापक का अनुकरण करते हुए शुद्ध शब्दावली सीखूगा। हुण अगे देखो जी, भाषा प्रयोगशाला की सहायता। भाषा प्रयोगशाला तो एक पूरी तुहानूं क्लास मिल जूगी। मतलब कि जिहड़े आधुनिक यंत्र आ जिहड़े उन्हां दी सहायता दे नाल बच्चे का उच्चारण ठीक करना ये भाषा प्रयोगशाला दे विच आउंदा है। सारे अध्यापकों का सहयोग लेना चाहिए। पीरीयड तो अलावा विषयां की सिक्ख्या विच भी भाषा की लोड़ होंदी है सारिਆਂ ਦੀ, क्योंकि जरूरी थोड़ा भी भाषा वाला अध्यापक ही शुद्ध तो सही भाषा के वरतों करे। तो जिहड़े जिन्हां मतलब भाषा वाले नहीं गे, हिंदी पंजाबी अंग्रेजी नूं छड्ड के जिहड़े दूजे अध्यापक आ वो भी तो थोड़ा जिहा ध्यान देने इस चीज़ ते है ना। हुण आ गया जी, हाँ देखो जी अपना वाचन या पढ़न कौशल आ गया, बस अपना हो गया ये अपना उच्चारण कौशल की सिक्ख्या अपनी क्लीयर हो गई। बड़ा शानदार टॉपिक मैनूं वधिया लग्या, मैनूं वधिया फील होया भी मैं तुहानूं कुछ ना कुछ वधिया गल्लां दस्सियां है ना। उच्चारण कौशल दे विच जिथे जिथे मैं गल्लां जोर दे के आखियां, जिथे जिथे बल दे के आखियां पूरियां, उत्थे उत्थे रखियो ध्यान, क्योंकि प्रश्न उहदे विचों बनदा है। मैं तो बई सीधा एग्जामिनर के नज़रिए तो सोचदा हुंदा। आपां जल्दी वाचन या पढ़न कौशल की सिक्ख्या ते उहदियां विधियां बारे चर्चा करते हैं जी। जल्दी मिलते हैं जी। सत श्री अकाल।